ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਰਮ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਪਿਛਲੇ ਪੈਰ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਨੇ ਤਰਸ ਕਰਕੇ ਆਪਣੇ ਚਰਨ ਕਮਲਾਂ ਦੀ ਹਾਜ਼ਰੀ ਸੇਵਾ ਦਰਸ਼ਨ ਦੀਦਾਰ ਬਖਸ਼ੇ ਹਨ। ਚੱਲ ਰਹੇ ਲੜੀਵਾਰ ਇਤਿਹਾਸ ਦੇ ਪ੍ਰਸੰਗ ਪਿਛਲੇ ਸਮੇਂ ਦੌਰਾਨ ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤੇ ਨੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸੰਗਤ ਨੂੰ ਪ੍ਰਗਟ ਹੀ ਕਹਿ ਦਿੱਤਾ ਵੀ ਅਸੀਂ ਸੱਚਖੰਡ ਚੱਲੇ ਹਾਂ, ਸਾਡੇ ਦਰਸ਼ਨ ਕਰ ਲਓ। ਸੰਗਤਾਂ ਆਈਆਂ ਵੀ ਹੁਣ ਸਮਾਂ ਹੈ ਵੀ ਹੁਣ ਹੀ ਬੇਨਤੀ ਕਰੋ। ਗੁਰਬਖਸ਼ ਮਸੰਦ ਨੂੰ ਅੱਗੇ ਲਾਇਆ, ਬਾਕੀ ਸਮੂਹ ਸਿੱਖ ਸੰਗਤ ਨੇ ਸਮਝਾਇਆ, ਗੁਰਸਿੱਖ ਸਿਆਣਿਆਂ ਨੇ ਮਸੰਦਾਂ ਨੇ ਕਿ ਜਦੋਂ ਸਤਿਗੁਰੂ ਅੰਤਰ ਧਿਆਨ ਹੋ ਗਏ ਫਿਰ ਪਛਤਾਵਾਂਗੇ। ਇਹ ਹੋਣੀ ਮਹਾਰਾਜ ਸਾਹਿਬ ਨੂੰ ਬੇਨਤੀ ਕਰ ਲਓ, ਉਦਮ ਕਰ ਲਓ ਕਿ ਵੀ ਸਤਿਗੁਰੂ ਸਾਨੂੰ ਕਿਹਦੇ ਲੜ ਲਾ ਕੇ ਚੱਲੇ। ਇਹ ਸਾਰੀ ਸਲਾਹ ਕਰਕੇ ਗੁਰਬਖਸ਼ ਮਸੰਦ ਕੁਝ ਸਿੱਖ ਆਏ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਉਦੋਂ ਜੋਤੀ ਜੋਤ ਸਮਾਉਣ ਦੀ ਤਿਆਰੀ ਕਰ ਰਹੇ ਸਨ। 4 ਘੜੀਆਂ ਰਾਤ ਜਾ ਚੁੱਕੀ ਸੀ। ਥੱਲੇ ਦੱਬ ਆਦਿਕ ਦਾ ਕੁਸਾ ਆਦਿਕ ਦਾ ਆਸਣ ਵਿਛਾ ਕੇ ਤੇ ਉਹਦੇ ਉੱਤੇ ਮਹਾਰਾਜ ਨੇ ਬਿਰਾਜਮਾਨ ਹੋਣ ਲਈ ਪਲੰਘੇ ਤੋਂ ਉੱਠਣਾ ਹੀ ਸੀ ਕਿ ਇਹਨਾਂ ਨੂੰ ਸਿੱਖਾਂ ਜਾ ਬੇਨਤੀ ਕੀਤੀ ਵੀ ਪਾਤਸ਼ਾਹ ਜੀ ਉਹ ਕਿਰਪਾ ਕਰੋ, ਜਿਵੇਂ ਪਹਿਲਾਂ ਮਰਿਆਦਾ ਤੁਰੀ ਆਈ ਹੈ ਵੀ ਆਪਣੇ ਜਾਣ ਤੋਂ ਪਹਿਲਾਂ ਹੀ ਗੁਰੂ ਥਾਪ ਕੇ ਫਿਰ ਸਤੇ ਗੁਰੂ ਗਏ ਹਨ, ਉਹ ਪੂਰਬਲੀ ਮਰਿਆਦਾ ਤੁਸੀਂ ਵੀ ਮਹਾਰਾਜ ਨਿਭਾਓ। ਤੇ ਆਪ ਜੀ ਵੀ ਕਿਰਪਾ ਕਰਕੇ ਦੱਸੋ ਵੀ ਸਾਨੂੰ ਕਿਹਦੇ ਲੜ ਲਾ ਚੱਲੇ ਹੋ। ਜੇ ਇੱਦਾਂ ਹੀ ਤੁਸੀਂ ਚਲੇ ਗਏ ਫਿਰ ਸੰਗਤ ਖਿੰਡ ਪੁੰਡ ਜਾਏਗੀ, ਕੋਈ ਰਾਮ ਰਾਈਆਂ ਨਾ ਕੋਈ ਧੀਰ ਮੱਲੀਆਂ ਨਾ ਕੋਈ ਮੀਣਿਆਂ ਨਾ ਜੁੜ ਜੂ, ਨਕਲੀ ਪਖੰਡੀ ਗੁਰੂ ਬਣ ਕੇ ਬੈਠ ਜਾਣਗੇ, ਸੰਗਤ ਖਰਾਬ ਹੋਵੇਗੀ। ਆਪ ਕਿਰਪਾ ਕਰੋ। ਸਮੂਹ ਸੰਗਤ ਦੀ ਭਾਵਨਾ ਹੈ ਵੀ ਪਾਤਸ਼ਾਹ ਜੀ ਆਪਣੇ ਥਾਂ ਤੇ ਸਾਡੀ ਬਾਂਹ ਕਿਹਨੂੰ ਫੜਾ ਕੇ ਚੱਲੇ ਹੋ। ਇਸ ਤਰ੍ਹਾਂ ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰਾਂ ਵਿਚਾਰਿਆ ਵੀ ਜੋ ਸੰਗਤ ਕਹਿ ਰਹੀ ਹੈ ਇਹ ਵੀ ਗੱਲ ਯੋਗ ਹੈ। ਭਾਵੇਂ ਕਿ ਜੋ ਗੁਰੂ ਹਨ ਉਹ ਛੁਪੇ ਨਹੀਂ ਰਹਿਣਗੇ, ਉਹ ਪ੍ਰਗਟ ਹੋਣਗੇ ਜਿਵੇਂ ਆਕਾਸ਼ ਵਿੱਚ ਸੂਰਜ ਪ੍ਰਗਟ ਹੁੰਦਾ, ਪਰ ਫਿਰ ਵੀ ਮਰਿਆਦਾ ਸਾਨੂੰ ਕਰਨੀ ਚਾਹੀਦੀ। ਗੁਰੂ ਨਾਨਕ ਸਾਹਿਬ ਸਤਾਂ ਗੁਰੂਆਂ ਵਾਲੀ ਹੁਕਮ ਕੀਤਾ, ਲਿਆਓ ਸ੍ਰੀ ਫਲ 5 ਪੈਸੇ ਸੋਨੇ ਦੇ ਥਾਲ ਵਿੱਚ ਰੱਖੇ। ਮਹਾਰਾਜ ਸਾਹਿਬ ਨੇ ਹੇਠਾਂ ਸਤਿਗੁਰੂ ਜੀ ਬਿਰਾਜਮਾਨ ਹੋਏ, ਹੱਥ ਵਿੱਚ ਲੈ ਕੇ 3 ਪ੍ਰਕਰਮਾਂ ਕਰਾਈਆਂ। ਅੰਤਰ ਧਿਆਨ ਹੋ ਕੇ ਤੇ ਸਤਿਗੁਰੂ ਮਹਾਰਾਜ ਨੇ ਪ੍ਰਕੰਮਿਆਂ ਕੀਤੀ। ਫਿਰ ਪੈਸੇ ਤੇ ਲਲੇਰ ਧਰਤੀ ਦੇ ਉੱਤੇ ਰੱਖ ਕੇ ਮੱਥਾ ਟੇਕਿਆ। ਨਮਸਕਾਰ ਕਰਕੇ ਆਪਣੇ ਸ੍ਰੀ ਮੁਖ ਤੋਂ ਮਹਾਰਾਜ ਸਾਹਿਬ ਜੀ ਨੇ ਸੁਭਾਏਮਾਨ ਮੁਖ ਤੋਂ ਬਚਨ ਕੀਤਾ, ਸਾਧ ਸੰਗਤ ਜੀ ਸਾਡੇ ਤੋਂ ਪਿੱਛੋਂ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਾਨ ਗੁਰ ਸੰਗਤ ਸਕਲ ਸੰਭਾਲੇ। ਵੀ ਸਾਡੇ ਬਾਬੇ ਜੋ ਬਕਾਲੇ ਨਗਰ ਵਿੱਚ ਵਸਦੇ ਹਨ ਉਹ ਗੁਰੂ ਹੋਣਗੇ, ਆਪ ਹੀ ਗੁਰੂ ਬਣ ਕੇ ਸਾਰੀ ਸੰਗਤ ਨੂੰ ਸੰਭਾਲ ਲੈਣਗੇ। ਸਾਰੀ ਸੰਗਤ ਨੂੰ ਮਹਾਰਾਜ ਸਾਹਿਬ ਕਿਰਪਾ ਕਰਕੇ ਤੇ ਉਹਨਾਂ ਦੀ ਕਲਿਆਣ ਕਰਕੇ ਉਹਨਾਂ ਦਾ ਭਾਰ ਝੱਲ ਲੈਣਗੇ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਨੇ ਤਿਆਰੀ ਕੀਤੀ ਹੈ, ਗੁਰਿਆਈ ਸੌਂਪ ਦਿੱਤੀ ਹੈ। ਸੰਗਤ ਨੂੰ ਕਹਿਤਾ ਬਾਹਰਲੇ ਦਰਵਾਜ਼ੇ ਤੇ ਬੈਠੋ, ਸਾਰੀ ਰਾਤ ਕੀਰਤਨ ਕਰੋ, ਕੋਈ ਗੱਲਾਂ ਨਾ ਕਰੇ।
ਇਵੇਂ ਕਹਿ ਕੇ ਮਹਾਰਾਜ ਸਾਹਿਬ ਸੱਚਖੰਡ ਨੂੰ ਤਿਆਰ ਹੋਏ ਨੇ। ਰਬਾਬੀ ਕੀਰਤਨ ਕਰ ਰਹੇ ਹਨ, ਸੰਗਤ ਸਿਮਰਨ ਕਰ ਰਹੀ ਹੈ। ਜਿਵੇਂ ਸਤਿਗੁਰੂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਭਾਣਾ ਵਰਤਾਉਂਦੇ ਨੇ, ਇਹ ਪ੍ਰਸੰਗ ਆਪਾਂ ਸਰਵਣ ਕਰਨੇ ਹਨ। ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਲਵਾਓ ਹਾਜ਼ਰੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਕ੍ਰਿਤ ਕੋ ਕਰਤੇ ਗੁਰੂ। ਸੋ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਕ੍ਰਿਤ ਕੋ ਕਰਤੇ ਗੁਰੂ। ਮਹਾਰਾਜ ਸਾਹਿਬ ਜੀ ਨੇ ਇਹ ਗੁਰਿਆਈ ਗੱਦੀ ਜੋ ਸੌਂਪਣ ਵਾਲਾ ਕਾਰਜ ਹੈ, ਉਹ ਸਿੱਖ ਸੰਗਤਾਂ ਦੇ ਵਿੱਚ ਪ੍ਰਗਟ ਕਰਕੇ ਵਿਖਾ ਦਿੱਤਾ। ਸੰਗਤ ਨੂੰ ਕਹਿੰਦੇ ਸਾਰੇ ਬਾਹਰਲੇ ਦਰਵਾਜ਼ੇ ਤੇ ਚਲੇ ਜਾਓ, ਅੰਦਰ ਕਿਸੇ ਨੇ ਨਹੀਂ ਆਉਣਾ। ਤੇ ਇੱਥੇ ਹੁਣ ਅਸੀਂ ਇਕਾਂਤ ਵਿੱਚ ਰਹਿਣਾ ਚਾਹੁੰਦੇ ਹਾਂ। ਤੇ ਸੰਗਤ ਨੂੰ ਹੁਕਮ ਕਰਤਾ, ਗੱਲਾਂ ਕਿਸੇ ਨੇ ਨਹੀਂ ਕਰਨੀਆਂ, ਸਿਮਰਨ ਕਰਨਾ ਹੈ। ਰਬਾਬੀ ਸਿੰਘ ਆ ਕੇ ਹਾਜ਼ਰ ਹੋ ਗਏ, ਜੋ ਕੀਰਤਨ ਕਰਨ ਲੱਗ ਪਏ। ਸਾਰੀ ਸੰਗਤ ਮਹਾਰਾਜ ਸਾਹਿਬ ਦੇ ਦਰ ਤੇ ਸਿਮਰਨ ਦੇ ਵਿੱਚ ਲੀਨ ਨੇ, ਵੈਰਾਗ ਦੇ ਵਿੱਚ ਨੇ, ਨੇਤਰਾਂ ਤੋਂ ਜਲ ਵਹਿ ਰਿਹਾ ਹੈ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਐਸਾ ਸੱਚਖੰਡ ਜਾਣ ਦਾ ਕਾਰਜ ਕਰ ਰਹੇ ਹਨ। ਕਹਿਣ ਸੁਣਨ ਵਿਸਤਾਰ। ਜੋ ਵੀ ਕਹਿਣਾ ਸੀ ਸੰਗਤ ਨੂੰ, ਜੋ ਉਹਨਾਂ ਦੇ ਕੋਲੋਂ ਸੁਣਨਾ ਸੀ, ਵਿਸਥਾਰ ਦੇ ਨਾਲ ਸਾਰੇ ਬਚਨ ਬਲਾਸ ਹੋ ਗਏ। ਬੀਤ ਗਈ ਅਧ ਜਾਮਨੀ। ਅੱਧੀ ਰਾਤ ਜਦੋਂ ਬਤੀਤ ਹੋ ਗਈ, ਸਤਿਗੁਰਾਂ ਨੇ ਜਾਣੀ ਵੀ ਅੱਧੀ ਰਾਤ ਦਾ ਸਮਾਂ ਲੰਘ ਗਿਆ ਹੈ। ਚਾਹੇ ਪਰਲੋਕ ਪਧਾਰ। ਮਹਾਰਾਜ ਅੰਤਰ ਧਿਆਨ ਹੋਣਾ ਚਾਹੁੰਦੇ, ਜੋਤੀ ਜੋਤ ਸਮਾਉਣਾ ਚਾਹੁੰਦੇ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਚਾਹੁ ਪਾਏ ਅੰਤ ਸਮਾਂ ਲਖ ਜਨਣੀ ਆਏ। ਇਧਰ ਹੁਣ ਮਾਤਾ ਕ੍ਰਿਸ਼ਨ ਕੌਰ ਜੀ ਵੀ ਆਪਣੇ ਪੁੱਤਰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੰਤਮ ਸਮਾਂ ਜਾਣ ਕਰਕੇ ਮਿਲਣ ਵਾਸਤੇ ਆਏ ਹਨ। ਦੇਖਤ ਪੁੱਤਰ ਗਾਤ ਮੁਰਝਾਈ। ਤੇ ਜਦੋਂ ਆ ਕੇ ਵੇਖਿਆ ਕਿ ਹੈ ਵੀ ਹੇਠਾਂ ਆਸਣ ਵਿਛਿਆ ਹੋਇਆ ਹੈ, ਤੇ ਉਸ ਆਸਣ ਦੇ ਉੱਤੇ ਮੇਰੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਸ ਹੁਣ ਸੱਚਖੰਡ ਦੀ ਤਿਆਰੀ ਕਰਕੇ ਤੇ ਸਿੰਘਾਸਣ ਦੇ ਉੱਤੇ ਆਪਣਾ ਸਰੀਰ ਉਸ ਆਸਣ ਤੇ ਸਰੀਰ ਤਿਆਗਣ ਦੇ ਵਾਸਤੇ ਬੈਠੇ ਹੋਏ ਹਨ। ਅਸਰੂ ਬਿਲੋਚਨ ਤੇ ਬਹੁ ਡਾਰੇ। ਇਹ ਆਪਣੇ ਪੁੱਤਰ ਦੇ ਸਰੀਰ ਦੀ ਹਾਲਤ ਵੇਖ ਕੇ ਮਾਤਾ ਦਾ ਮੁਖ ਮੁਰਝਾ ਗਿਆ, ਨੇਤਰਾਂ ਦੇ ਵਿੱਚੋਂ ਅਥਰੂ ਆਉਣ ਲੱਗ ਪਏ। ਅਸਰ ਬਿਲੋਚਨ ਤੇ ਬਹੁ ਡਾਰੇ। ਬਹੁਤ ਹੀ ਵੈਰਾਗ ਦੇ ਨਾਲ ਮਾਤਾ ਕ੍ਰਿਸ਼ਨ ਕੌਰ ਜੀ ਨੇਤਰਾਂ ਦੇ ਵਿੱਚੋਂ ਨੀਰ ਵਹਾ ਰਹੇ ਹਨ। ਸੰਕਟ ਸੋਗ ਹਿਰਦੇ ਬਹੁ ਤਾਰੇ। ਬਹੁਤਾ ਸੋਗ ਧਾਰਨ ਕੀਤਾ, ਬਹੁਤਾ ਸੰਕਟ ਦੁੱਖ ਵਿਪਤਾ ਦਾ ਸਮਾਂ ਆਪਣੇ ਦਿਲ ਦੇ ਵਿੱਚ ਮੰਨਿਆ ਹੈ। ਸਰਬ ਪ੍ਰਕਾਰ ਗੁਰੂ ਸਮਰੱਥ। ਇਹ ਇਸ ਤਰ੍ਹਾਂ ਮਾਤਾ ਜੀ ਵਿਚਾਰਦੇ ਨੇ, ਮਾਤਾ ਕ੍ਰਿਸ਼ਨ ਕੌਰ, ਵੀ ਮੇਰੇ ਪੁੱਤਰ ਜੋ ਗੁਰੂ ਨਾਨਕ ਸਾਹਿਬ ਦਾ ਹੀ ਇਸ ਵੇਲੇ ਰੂਪ ਨੇ, ਇਹ ਸਾਰੀਆਂ ਸ਼ਕਤੀਆਂ ਦੇ ਮਾਲਕ, ਸਰਬ ਕਲਾ ਸਮਰੱਥ ਹਨ। ਲਗ ਦੀਰਘ ਟੇਕੇ ਪਦ ਮੱਥ। ਲਗ ਦੀਰਘ ਛੋਟਾ ਕੀ ਵੱਡਾ ਕੀ, ਸਾਰੇ ਇਹਨਾਂ ਦੇ ਚਰਨਾਂ ਤੇ ਆ ਕੇ ਮੱਥੇ ਟੇਕਦੇ ਹਨ। ਅੰਤਰ ਜਾਮੀ ਸਭ ਮਨ ਘੇਰੇ। ਤੇ ਮਾਤਾ ਜੀ ਵੈਰਾਗ ਕਰਕੇ ਕਹਿੰਦੇ ਹਨ ਵੀ ਇਹ ਸਾਰਿਆਂ ਦੇ ਦਿਲ ਦੀ ਜਾਣਨ ਵਾਲੇ ਅੰਤਰਜਾਮੀ ਵੀ ਨੇ। ਇੰਨੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਸ਼ਕਤੀ ਹੈ। ਵੱਡ ਤੇ ਲਗ ਕਰੇ ਬੜੇ। ਚਾਹੁਣ ਤਾਂ ਵੱਡੇ ਤੋਂ ਕਿਸੇ ਨੂੰ ਛੋਟਾ ਕਰ ਦੇਣ, ਚਾਹੁਣ ਤਾਂ ਛੋਟੇ ਨੂੰ ਵੱਡਿਆਂ ਬਣਾ ਦੇਣ ਮਹਾਰਾਜ। ਤਿਆਗਨ ਧਰਬੋ ਕਰਨ ਸਰੀਰ। ਸਰੀਰ ਤਿਆਗ ਕਰਨਾ, ਸਰੀਰ ਦਾ ਧਾਰਨ ਕਰਨਾ, ਜੰਮਣ ਤੇ ਮਰਨ ਜੋ ਹੈ, ਇਹ ਸਾਰਾ ਕੁਝ ਹੀ ਇਹਨਾਂ ਦੇ ਵਸ ਦੇ ਵਿੱਚ ਹੈ। ਜਿਨ ਕੈ ਹੈ ਅਧੀਨ ਔਰ ਧੀਰ। ਮੇਰੇ ਦਿਲ ਦੇ ਬੜੇ ਧੀਰਜ ਧਾਰੀ ਹਨ, ਸਭ ਕੁਝ ਇਹਨਾਂ ਦੇ ਵਸ ਹੈ। ਜਿਹਨੂੰ ਜੋ ਚਾਹਣ ਬਣਾ ਸਕਦੇ, ਜੋ ਚਾਹੇ ਕਰਨਾ ਉਹੀ ਕਰ ਸਕਦੇ ਆ। ਜਨਮ ਲੈਣਾ ਮਰਨਾ
ਇਹ ਮਾਤਾ ਕ੍ਰਿਸ਼ਨ ਕੌਰ ਜੀ ਵਿਚਾਰਦੇ ਨੇ ਸਭ ਕੁਝ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਹੱਥ ਵੱਸ ਹੈ। ਮਹਿਮਾ ਸੁਤ ਕੀ ਜਾਣਤ ਸਾਰੀ। ਇਹ ਵੀ ਮਾਤਾ ਆਪਣੇ ਪੁੱਤਰ ਦੀ ਮਹਾਨ ਤੋਂ ਮਹਾਨ ਮਹਿਮਾ ਸਾਰੀ ਚੰਗੀ ਤਰ੍ਹਾਂ ਜਾਣਦੇ ਨੇ ਵੀ ਇਹ ਕੋਈ ਸਧਾਰਨ ਨਹੀਂ ਨੇ। ਇਹ 8 ਵਰ੍ਹਿਆਂ ਦੀ ਜਾਂ ਕੁਝ ਮਹੀਨਿਆਂ ਦੀ ਉਮਰ ਨਹੀਂ ਹੈ। ਇਹ ਤਾਂ ਆਪ ਸਭ ਸ੍ਰਿਸ਼ਟੀ ਦੇ ਤਰਲੋਕੀ ਦੇ ਮਾਲਕ ਹਨ। ਗਿਆਤਾ ਦੇਸ ਕਾਲ ਕੀ ਭਾਰੀ। ਫਿਰ ਸਮੂਹ ਦੇਸ਼ਾਂ ਦੇ ਸਮੂਹ ਸਮਿਆਂ ਦੇ ਗਿਆਤੇ ਹਨ, ਜਾਣਨਹਾਰ ਹਨ। ਭੂਤ ਭਵਿੱਖ ਅਤ ਮਹਿੰਗਤ ਹੋਏ। ਭਾਵੇਂ ਕੋਈ ਭੂਤ ਭਵਿੱਖ ਤਿੰਨਾਂ ਸਮਿਆਂ 'ਚ ਜੋ ਹਾਲਤ ਹੋਣੀ, ਜੋ ਕੰਮ ਹੋਣਾ ਜਾਂ ਹੋ ਰਿਹਾ, ਸਭ ਕੁਝ ਮਹਾਰਾਜ ਜਾਣਦੇ ਹਨ। ਸਗਰੇ ਜਾਣਤ ਹੈ ਮਨ ਸੋਏ। ਇਸ ਤਰ੍ਹਾਂ ਮਾਤਾ ਕ੍ਰਿਸ਼ਨ ਕੌਰ ਜੀ ਆਪਣੇ ਪੁੱਤਰ ਨੂੰ ਸੱਚਖੰਡ ਜਾਂਦਿਆਂ ਵੇਖ ਕੇ ਵਿਚਾਰ ਰਹੇ ਨੇ ਵੀ ਇਹਨਾਂ ਕੋ ਹੈ ਤਾਂ ਸਭ ਕੁਝ ਹੀ ਹੈ, ਇਹ ਕੋਈ ਘੱਟ ਥੋੜਾ, ਸਭ ਸ਼ਕਤੀਆਂ ਦੇ ਮਾਲਕ ਨੇ। ਭਾਵੇਂ ਉਹ ਭੂਤਕਾਲ ਸੀ ਉਹ 'ਚ ਕੀ ਹੋਇਆ ਉਹ ਵੀ ਜਾਣਦੇ ਨੇ, ਭਵਿੱਖ ਵਿੱਚ ਕੀ ਹੋਵੇਗਾ ਉਹ ਵੀ ਜਾਣਦੇ ਨੇ, ਵਰਤਮਾਨ ਵਿੱਚ ਜੋ ਵਰਤਣਾ ਹੈ ਉਸ ਦੇ ਉੱਤੇ ਵੀ ਇਹਨਾਂ ਦਾ ਗਿਆਨ ਹੈ, ਇਹਨਾਂ ਦੀ ਇਹ ਤਾਕਤ ਕੰਮ ਕਰ ਰਹੀ ਹੈ। ਨਿਤ ਸਰਬੱਗ ਸਖਤ ਮੈਂ ਭਾਰੀ। ਤੇ ਇਸ ਤਰ੍ਹਾਂ ਸਰਬੱਗ ਨੇ ਆਪਣੀਆਂ ਸ਼ਕਤੀਆਂ ਦੇ ਵਿੱਚ ਬੜੇ ਭਾਰੀ ਹਨ। ਨਿਤ ਸਰਬੱਗ ਮਾਤਾ ਜੀ ਵਿਚਾਰਦੇ ਵੀ ਕੋਈ ਇਹ ਨਹੀਂ ਵੀ ਇੱਕ ਅੱਧਾ ਦਿਨ ਕਿਤੇ ਸ਼ਕਤੀ ਆ ਗਈ ਫਿਰ ਘਟ ਗਈ, ਇਹ ਤਾਂ ਨਿਤੀ ਸਰਬੱਗ ਨੇ, ਨਿਤੀ ਸਮਰੱਥਾਵਾਨ ਹਨ। ਜਿਨ ਕੀਰਤ ਜਗ ਬਹੁ ਵਿਸਤਾਰੀ। ਜਿਨ੍ਹਾਂ ਦੀ ਕੀਰਤੀ ਸਾਰੇ ਜਗਤ ਜਹਾਨ ਦੇ ਵਿੱਚ ਬਹੁਤ ਫੈਲੀ ਹੈ। ਸਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਮਹਿਮਾ ਵਡਿਆਈ ਨੂੰ ਜਾਣਦੇ ਹਨ। ਨਿਕਟ ਬੈਠ ਮੁਖ ਕਮਲ ਬੈਲੋਕਾ। ਇਸ ਤਰ੍ਹਾਂ ਮਾਤਾ ਸੋਚਦਿਆਂ ਹੋਇਆਂ ਨੇੜੇ ਬੈਠ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਜੋ ਕਮਲ ਵਰਗਾ ਮੁਖ ਹੈ ਸਤਿਗੁਰਾਂ ਦਾ ਉਹ ਵੇਖ ਰਹੇ ਹਨ। ਸਦਾ ਪ੍ਰਫੁੱਲਿਤ ਕਬਹੁ ਨ ਸੋਕਾ। ਜੋ ਬਾਲਾ ਪ੍ਰੀਤਮ ਦਾ ਮੁਖਾਰ ਬਿੰਦ ਸਦਾ ਪ੍ਰਫੁੱਲਤ ਖਿੜਿਆ ਹੀ ਰਹਿੰਦਾ ਹੈ। ਮਹਾਰਾਜ ਸਿੱਖਾਂ ਨੂੰ ਖੁਸ਼ੀਆਂ ਹੀ ਬਖਸ਼ਦੇ ਨੇ, ਕਦੀ ਵੀ ਸ਼ੋਕ ਨਹੀਂ, ਕੋਈ ਗਮ ਨਹੀਂ, ਕੋਈ ਮੱਥੇ ਦੇ ਤਿਉੜੀ ਨਹੀਂ ਸਤਿਗੁਰਾਂ ਦੇ। ਭਾਈ ਦੀਨ ਮੁਖ ਬੋਲੀ ਬਾਣੀ। ਮਹਾਰਾਜ ਦੇ ਨੇੜੇ ਬੈਠ ਕੇ ਮਾਤਾ ਕ੍ਰਿਸ਼ਨ ਕੌਰ ਜੀ ਬਹੁਤ ਦੀਨ ਮਨੇ ਹੋਏ ਤੇ ਬਹੁਤ ਹੀ ਨਿਮਾਣੇ ਜੇ ਹੋ ਕਰਕੇ, ਦੁਖੀ ਜੇ ਹੋ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਬਾਣੀ ਬੋਲੇ ਹਨ। ਸੁਣੋ ਪੁੱਤਰ ਤੁਮ ਗੁਣ ਗਨ ਖਾਨੀ। ਮਾਤਾ ਜੀ ਕਹਿੰਦੇ ਹੈ ਮਹਾਰਾਜ, ਹੇ ਮੇਰੇ ਪੁੱਤਰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ, ਮੇਰੀ ਬੇਨਤੀ ਹੈ ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਵੀ ਆਪ ਜੀ ਸਦਾ ਹੀ ਗੁਣਾਂ ਦੀ, ਸਭ ਗੁਣਾਂ ਦੀ ਖਾਣ, ਸਭ ਗੁਣਾਂ ਦੇ ਖਜ਼ਾਨੇ ਹੋ। ਕਹੋ ਕਹਾ ਮੈਂ ਬਾਤ ਬਣਾਈ। ਮੈਂ ਤੁਹਾਡੀ ਮਹਿਮਾ ਦੇ ਵਾਸਤੇ ਕੀ ਬਾਤਾਂ ਬਣਾ ਕੇ, ਕੀ ਵਾਕ ਬਣਾ ਕਰਕੇ ਕਹਾਂ ਵੀ ਕਿੱਡੇ ਤੁਸੀਂ ਸਮਰੱਥ ਹੋ, ਤੁਹਾਡੇ 'ਚ ਸਾਰੇ ਹੀ ਗੁਣ ਹਨ। ਆਗੇ ਕਹੀ ਸੋ ਆਪ ਹਟਾਈ। ਅੱਗੇ ਵੀ ਤੁਹਾਨੂੰ ਮੈਂ ਬੇਨਤੀ ਕੀਤੀ ਸੀ ਵੀ ਆਪ ਸਰੀਰ ਰੱਖ ਲਓ, ਪਰ ਤੁਸੀਂ ਮਨਾ ਕਰ ਦਿੱਤਾ, ਮੇਰੀ ਗੱਲ ਹਟਾ ਦਿੱਤੀ ਵੀ ਨਹੀਂ ਹੁਣ ਜਾਣਾ ਹੈ ਵਾਹਿਗੁਰੂ ਦੀ ਰਜ਼ਾ ਵਿੱਚ। ਗੁਰਤਾ ਆਦਿਕ ਦੇ ਬੇਕਾਰ। ਇਸ ਕਰਕੇ ਮਹਾਰਾਜ ਮੇਰੀ ਬੇਨਤੀ ਇਹ ਹੈ ਵੀ ਜਿਹੜੀ ਗੁਰਤਾ ਗੱਦੀ ਅੱਗੇ ਆਪਣੇ ਤੋਂ ਥਾਂ ਦੇਣੀ ਸੀ ਜੋ ਨਵੇਂ ਥਾਂ ਤੇ, ਉਹ ਜਿਹੜਾ ਕਾਰਜ ਹੈ ਗੁਰਤਾ ਗੱਦੀ ਦੇਣ ਦਾ, ਕਰੀ ਸਰਬ ਹੀ ਭਲੇ ਸੁਧਾਰ। ਉਹ ਤਾਂ ਸਭ ਕੁਝ ਬਹੁਤ ਭਲੇ ਤਰੀਕੇ ਨਾਲ, ਚੰਗੇ ਢੰਗ ਦੇ ਨਾਲ ਤੁਸੀਂ ਕਾਰਜ ਕਰਕੇ ਤੇ ਆਪਣੇ ਥਾਂ ਤੇ ਗੁਰੂ ਥਾਪ ਦਿੱਤੇ ਹਨ। ਮੈਂ ਨਿਸ ਪੁੱਤਰਾ ਹਵੇ ਕਿਮ ਜੀਵ। ਤੇ ਵੇਖੋ ਸੰਗਤ ਨੇ ਬੇਨਤੀ ਕੀਤੀ, ਮਾਤਾ ਕਹਿੰਦੇ ਵੀ ਸਾਡੀ ਬਾਹ ਕਿਨੂੰ ਮਹਾਰਾਜ ਫੜਾ ਕੇ ਚੱਲੇ ਹੋ, ਤੇ ਸਤਿਗੁਰੂ ਜੀ ਤੁਸੀਂ ਉਹਨਾਂ ਦੀ ਬੇਨਤੀ ਮੰਨ ਕੇ ਤੇ ਗੁਰਤਾ ਗੱਦੀ ਆਪਣੇ ਥਾਂ ਦੇ ਕੇ ਚੱਲੇ ਹੋ, ਪਰ ਮੇਰੇ ਬਾਰੇ ਦੱਸੋ ਵੀ ਮੈਂ ਪੁੱਤਰ ਰਹਿਤ ਹੋ ਕੇ, ਪੁੱਤਰ ਤੋਂ ਬਿਨਾਂ ਕਿਵੇਂ ਜਗਤ ਵਿੱਚ ਜੀਵਾਂਗੀ। ਤੁਮਹਿ ਬਲੋਕੇ ਆਨੰਦ ਥੀਵੋ। ਤੁਹਾਨੂੰ ਵੇਖ ਕੇ ਹੀ ਮੈਨੂੰ ਆਨੰਦ ਹੈ, ਤੁਹਾਨੂੰ ਵੇਖ ਕੇ ਮੈਨੂੰ ਖੁਸ਼ੀ ਆਉਂਦੀ, ਤੁਹਾਡੇ ਬਿਨਾਂ ਮੇਰੀਆਂ ਕਾਹਦੀਆਂ ਖੁਸ਼ੀਆਂ ਮਹਾਰਾਜ। ਹੱਥ ਪਾਛੇ ਕੁਛ ਸੋਕ ਨ ਕੀਨਾ। ਵੇਖੋ ਮੇਰੇ ਪਤੀ ਜਵਾਨੀ ਦੀ ਉਮਰ ਦੇ ਵਿੱਚ ਹੀ ਸ੍ਰੀ ਹਰਿਰਾਏ ਸਾਹਿਬ ਜੀ ਸੱਚਖੰਡ ਚਲੇ ਗਏ, ਪਰ ਮੈਂ ਫੇਰ ਵੀ ਬਹੁਤਾ ਕੋਈ ਸ਼ੋਕ ਨਹੀਂ ਕੀਤਾ ਉਸ ਸਮੇਂ। ਹਰਖੀ ਪਿਖ ਗੁਰਤਾ ਤੁਮ ਲੀਨ। ਕਿਉਂਕਿ ਜਦੋਂ ਤੁਸੀਂ ਤਖਤ ਤੇ ਬੈਠ ਗਏ ਮੈਨੂੰ ਇਸ ਕਰਕੇ ਖੁਸ਼ੀ ਹੋਈ, ਬਹੁਤ ਆਨੰਦ ਹੋਇਆ ਵੀ ਮੇਰਾ ਸਾਹਿਬਜ਼ਾਦਾ ਗੁਰੂ ਸਾਹਿਬ ਦੀ ਗੱਦੀ ਦੇ 8ਵੇਂ ਥਾਂ ਤੇ ਬਿਰਾਜਮਾਨ ਹੋਇਆ।
ਇਹ ਜਾਣ ਕੇ ਮੈਂ ਆਪਣੇ ਪਤੀ ਦੇ ਸੱਚਖੰਡ ਜਾਣ ਦਾ ਵੀ ਕੋਈ ਸ਼ੌਕ ਨਾ ਮਨਾਇਆ। ਆਪ ਕਰੋ ਪਰਲੋਕ ਪਿਆਨਾ। ਪਰ ਹੁਣ ਮਹਾਰਾਜ ਤੁਸੀਂ ਵੀ ਸੱਚਖੰਡ ਦੀ ਤਿਆਰੀ ਕਰੀ ਬੈਠੇ ਹੋ, ਸਰੀਰ ਛੱਡਣ ਲੱਗੇ ਹੋ। ਮੈਂ ਝੂਰਤ ਕਰ ਸ਼ੋਕ ਮਹਾਨਾ। ਇਹੀ ਸੋਚ ਸੋਚ ਕੇ ਮੈਂ ਝੂਰ ਰਹੀ, ਦੁਖੀ ਹੋ ਰਹੀ ਹਾਂ ਵੀ ਜਦੋਂ ਤੁਸੀਂ ਚਲੇ ਗਏ ਤੇ ਫਿਰ ਮੇਰਾ ਕੌਣ ਵਾਲੀ ਵਾਰਸ ਹੈ। ਬੜੇ ਭਾਗ ਸਤਿਗੁਰ ਕਰ ਆਈ। ਮੇਰੇ ਵੱਡੇ ਭਾਗ ਸਨ ਜੋ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆਈ। ਗੁਰੂ ਹਰਿਰਾਏ ਸਾਹਿਬ ਦੇ ਨਾਲ ਮੈਂ ਵਿਆਹੀ ਗਈ। ਤੁਮ ਜਨਮੇ ਅਤ ਪਈ ਵਧਾਈ। ਜਦੋਂ ਤੁਹਾਡਾ ਜਨਮ ਹੋਇਆ ਤਾਂ ਹੋਰ ਮੇਰੀਆਂ ਖੁਸ਼ੀਆਂ ਵੱਧ ਗਈਆਂ। ਘਰ ਵਿੱਚ ਬਹੁਤ ਵਧਾਈਆਂ ਮੰਨੀਆਂ, ਬਹੁਤ ਮੈਨੂੰ ਆਨੰਦ ਚਾਅ ਵਧਿਆ ਵੀ ਮੇਰੇ ਘਰ ਵਿੱਚ ਸੋਹਣਾ ਸਾਹਿਬਜ਼ਾਦਾ ਆਇਆ ਏ। ਅਬ ਡੂਬ ਦੁਖ ਸਿੰਧ ਮਝਾਰੇ। ਪਰ ਮਹਾਰਾਜ ਹੁਣ ਤਾਂ ਐਸੀ ਹਾਲਤ ਹੈ ਵੀ ਜਿਵੇਂ ਕੋਈ ਸਮੁੰਦਰ 'ਚ ਡੁੱਬ ਰਿਹਾ ਹੁੰਦਾ, ਐਵੇਂ ਦੁੱਖਾਂ ਦੇ ਸਮੁੰਦਰ ਵਿੱਚ ਹੀ ਮੈਂ ਡੁੱਬ ਰਹੀ ਹਾਂ ਜਦੋਂ ਦਾ ਤੁਹਾਡਾ ਸੱਚਖੰਡ ਜਾਣਾ ਸੁਣਿਆ ਏ। ਉਹ ਕੇਵਟ ਹੋਏ ਪਾਰ ਉਤਾਰੇ। ਕਿਹੜਾ ਕੋਈ ਖੇਵਟ, ਕੋਈ ਮਲਾਹ ਹੈ ਜਿਹੜਾ ਮੈਨੂੰ ਇਸ ਦੁੱਖਾਂ ਦੇ ਸਮੁੰਦਰ 'ਚ ਡੁੱਬਦੀ ਨੂੰ ਪਾਰ ਕੱਢ ਲਵੇ। ਭਾਵ ਕਿ ਜੋ ਮੇਰੇ ਤੇ ਵਿਪਤਾ ਪਈ, ਸੰਕਟ ਆਇਆ, ਇਸ ਤੋਂ ਕੌਣ ਮੈਨੂੰ ਬਚਾਵੇ ਹੁਣ। ਤੁਮ ਬਿਨ ਦੇਖੋ ਜੀਓ ਨਾ ਕੈਸੇ। ਮਾਤਾ ਕ੍ਰਿਸ਼ਨ ਕੌਰ ਜੀ ਕਹਿੰਦੇ, ਮਹਾਰਾਜ ਹੈ ਪੁੱਤਰ ਸਾਹਿਬਜ਼ਾਦੇ, ਤੁਹਾਨੂੰ ਦੇਖੇ ਤੋਂ ਬਗੈਰ ਮੈਂ ਕਿਵੇਂ ਜਿਉਂਦੀ ਰਹਿ ਸਕਦੀ, ਨਹੀਂ ਜਿਉ ਸਕਦੀ। ਜਲ ਤੇ ਬਿਸਰੀ ਮਛਲੀ ਜੈਸੇ। ਪਾਣੀ ਤੋਂ ਬਗੈਰ ਵਿਛੜ ਕੇ ਮਛਲੀ ਨਹੀਂ ਨਾ ਜਿਉਂਦੀ, ਇਹੀ ਮੇਰੀ ਹਾਲਤ ਹੈ। ਤੁਹਾਡੇ ਜੋਤੀ ਜੋ ਸਮਾ ਜਾਣ ਤੋਂ ਬਾਅਦ ਮੈਂ ਕਿਵੇਂ ਜਿਉਂਦੀ ਰਹਿ ਸਕਦੀ, ਮੇਰਾ ਕਾਹਦਾ ਜੀਣਾ ਹੈ। ਇਹ ਇਸ ਪ੍ਰਕਾਰ ਦੇ ਨਾਲ ਮਾਤਾ ਜੀ ਵਿਰਾਗ ਦੇ ਵਿੱਚ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਬੇਨਤੀਆਂ ਕਰਦੇ ਹਨ ਵੀ ਹੇ ਗਰੀਬ ਨਿਵਾਸ ਸਤਿਗੁਰੂ ਜੀਓ, ਆਪ ਦੱਸੋ ਤੁਹਾਡੇ ਤੋਂ ਬਿਨਾਂ ਤੁਹਾਡੀ ਮਾਂ ਕੀ ਕਰੇਗੀ। ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਵੀ ਪੁੱਤਰਾਂ ਦੇ ਬਾਝੋਂ ਮਾਵਾਂ ਕਦ ਜਿਉਂਦੀਆਂ ਸੁਣੀਆਂ ਕਿਸੇ ਨੇ। ਆਪ ਸੱਚਖੰਡ ਚੱਲੇ ਹੋ, ਪਤੀ ਸਤਿਗੁਰੂ ਮੇਰੇ ਪਹਿਲਾਂ ਚਲੇ ਗਏ ਨੇ। ਮੇਰੀ ਤਾਂ ਉਹ ਪਾਣੀ ਤੋਂ ਵੀ ਹੁਣ ਮਛਲੀ ਦੀ ਨਿਆਈ ਹਾਲਤ ਹੋਈ ਹੈ, ਜਿਵੇਂ ਉਹ ਤੜਫਦੀ ਹੈ ਪਾਣੀ ਤੋਂ ਬਿਨਾਂ, ਤੜਫ ਤੜਫ ਮਰ ਜਾਂਦੀ ਹੈ। ਇਸੇ ਤਰ੍ਹਾਂ ਮੈਂ ਤੁਹਾਡੇ ਵਿਛੋੜੇ ਦੇ ਦੁੱਖ ਵਿੱਚ ਤੜਫ ਤੜਫ ਕੇ ਮਰ ਰਹੀ ਹਾਂ। ਇਤਿਆਦਿਕ ਮਾਤਾ ਬਚ ਕਹੇ। ਇਤਿਆਦਿਕ ਆਪਣੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਾਤਾ ਕ੍ਰਿਸ਼ਨ ਕੌਰ ਜੀ ਨੇ ਵਿਰਾਗ ਦੇ ਬਚਨ ਕਹੇ। ਜਿਸ ਕੇ ਸੁਣਤ ਦਾਸ ਦੁਖ ਲਹੇ। ਜਿਨ੍ਹਾਂ ਬਚਨਾਂ ਨੂੰ ਸੁਣ ਕੇ ਜਿਹੜੇ ਨੇੜੇ ਸੇਵਕ ਖਲੋਤੇ ਮਹਾਰਾਜ ਦੀ ਹਜ਼ੂਰੀ ਵਿੱਚ, ਉਹ ਬਹੁਤੇ ਦੁਖੀ ਹੋਏ। ਉਹਨਾਂ ਦੀਆਂ ਤੇ ਜਿਵੇਂ ਸਾਧ ਸੰਗਤ ਭੁੱਬਾਂ ਨਿਕਲ ਗਈਆਂ ਮਾਤਾ ਦੇ ਵਿਰਾਗ ਦੇ ਬਚਨ ਸੁਣ ਕਰਕੇ। ਸ੍ਰੀ ਹਰਿਕ੍ਰਿਸ਼ਨ ਬਿਲੋਕ ਦੁਖਾਰੀ। ਪਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਵੇਖਿਆ ਵੀ ਇਹ ਸਾਡੀ ਮਾਈ ਬਹੁਤ ਦੁਖੀ ਹੋ ਰਹੀ ਹੈ, ਬਹੁਤ ਦੁੱਖ ਮਨਾ ਰਹੀ ਹੈ, ਬਹੁ ਪ੍ਰਕਾਰ ਕਰ ਧੀਰ ਉਚਾਰੀ। ਬਹੁਤ ਤਰ੍ਹਾਂ ਕਰਕੇ ਆਪਣੀ ਮਾਤਾ ਜੀ ਨੂੰ ਸੁਖ ਦੇਣ ਲਈ ਧੀਰਜ ਦੇ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਹੇ। ਤਨ ਜਨ ਸਭ ਬਿਨ ਸੰਹਾਰੇ। ਕਹਿਣ ਲੱਗੇ, ਮਾਤਾ ਜੀ ਕਾਹਤੋਂ ਐਵੇਂ ਦੁਖੀ ਹੁੰਦੇ ਹੋ, ਵਿਰਾਗ ਕਰਦੇ ਹੋ। ਜਿੰਨੇ ਵੀ ਸਰੀਰ ਆਏ ਨੇ ਸਾਰੇ ਨਾਸ ਹੋ ਜਾਣ ਵਾਲੇ ਨੇ, ਸਰੀਰ ਨਹੀਂ ਸਦਾ ਕਾਇਮ ਰਹਿਣੇ। ਇਸ ਤੇ ਕਿਉਂ ਅਤ ਸਹਿ ਦੁਖ ਧਾਰੇ। ਇਸ ਕਰਕੇ ਕਿਉਂ ਤੁਸੀਂ ਬਹੁਤਾ ਦੁੱਖ ਧਾਰਨ ਕਰ ਰਹੇ ਹੋ। ਕੋਈ ਨਵੀਂ ਗੱਲ ਥੋੜਾ ਹੋਣ ਲੱਗੀ ਹੈ ਵੀ ਸਾਡਾ ਸਰੀਰ ਬਿਨਸਣ ਲੱਗਾ ਹੈ। ਇਹ ਤਾਂ ਸਰੀਰ ਸਾਰੇ ਹੀ ਬਿਲਸ ਜਾਣੇ ਆ, ਅੱਗੋਂ ਪਿੱਛੋਂ ਦੀ ਖੇਡ ਆ, ਬਸ ਫਰਕ ਇੰਨਾ ਕੀ ਹੈ। ਰਹੇ ਕਿ ਤੱਕ ਬਾਕੀ ਪੈ ਤੇਰੀ। ਤੁਹਾਡੀ ਵੀ ਥੋੜੀ ਉਮਰ ਹੋਰ ਬਾਕੀ ਰਹਿ ਗਈ ਹੈ। ਤਨ ਤਜ ਪਹੁੰਚੇ ਸੁਖ ਬਹੁ ਹੇਰੀ। ਜਿੰਨਾ ਕੁ ਸਮਾਂ ਹੈ ਪਰਮੇਸ਼ਰ ਦੀ ਰਜ਼ਾ ਵਿੱਚ ਜੀਓ। ਫਿਰ ਤੁਸੀਂ ਵੀ ਆਪਣਾ ਸਰੀਰ ਤਿਆਗ ਕਰਕੇ ਆਪਣੇ ਤਨ ਨੂੰ ਛੱਡ ਕੇ ਤੇ ਸੁੱਖਾਂ ਦੇ ਨਾਲ ਉੱਥੇ ਪਹੁੰਚ ਜਾਵੋਗੇ। ਜਨਮ ਮਰਨ ਦੁਖ ਲੇਸ ਨ ਜਹਾਂ। ਜਿਸ ਅਵਸਥਾ ਵਿੱਚ ਨਾ ਜੰਮਣ ਹੈ ਨਾ ਮਰਨਾ ਹੈ, ਲੇਸ਼ ਮਾਤਰ ਵੀ ਜਿੱਥੇ ਦੁੱਖ ਨਹੀਂ ਹੁੰਦੇ। ਮਮ ਪਿਤ ਨਿਕਟ ਪਹੁੰਚੇ ਤਹਾਂ। ਭਾਵ ਕਿ ਤੁਸੀਂ ਗੁਰਪੁਰੀ ਦੇ ਵਿੱਚ ਪਹੁੰਚ ਜਾਓਗੇ, ਜਿੱਥੇ ਸਾਡੇ ਪਿਤਾ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਨਿਵਾਸ ਹੈ। ਉਸ ਅਵਸਥਾ ਵਿੱਚ ਮਾਤਾ ਜੀ ਤੁਹਾਡਾ ਪਹੁੰਚਣਾ ਹੋ ਜਾਵੇਗਾ ਕੁਝ ਸਮੇਂ ਬਾਅਦ, ਜਿੱਥੇ ਕੋਈ ਦੁੱਖ ਨਹੀਂ ਹੈ, ਸਦਾ ਸੁਖ ਹੀ ਸੁਖ ਹੈ। ਬੇਗਮਪੁਰਾ ਸ਼ਹਿਰ ਕੋ ਨਾਉ ਹੈ। ਉਸ ਸ਼ਹਿਰ ਦੇ ਵਿੱਚ, ਉਸ ਬੇਗਮਪੁਰੇ ਦੇ ਵਿੱਚ
ਉਹ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਤੁਹਾਡਾ ਪਹੁੰਚਣਾ ਹੋ ਜਾਵੇਗਾ। ਇਮ ਕਹਿ ਮਾਇਆ ਮੋਹ ਮਿਟਾਇਓ। ਇਸ ਤਰ੍ਹਾਂ ਮਹਾਰਾਜ ਨੇ ਬਚਨ ਕਰਕੇ ਤੇ ਫਿਰ ਕਿਰਪਾ ਦ੍ਰਿਸ਼ਟੀ ਹੋਈ ਕੀਤੀ ਵੀ ਕੱਲਾ ਬਚਨਾਂ ਨਾਲ ਨਹੀਂ ਮਾਤਾ ਮੰਨਣ ਵਾਲੀ, ਸਤਿਗੁਰਾਂ ਨਿਗਾਹ ਐਸੀ ਕੀਤੀ ਵੀ ਆਪਣੀ ਮਾਈ ਦਾ ਮੋਹ ਜਿਹੜਾ ਸੀ ਉਹ ਮੇਟ ਦਿੱਤਾ। ਜਨਨੀ ਮਨ ਮਹਿ ਗਿਆਨ ਤੇ ਉਪਾਇਓ। ਆਪਣੀ ਜਨਨੀ ਜਨਮ ਦਾਤੀ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਿਹਰ ਦੀ ਨਿਗਾਹ ਦੇ ਨਾਲ। ਭਈ ਮਗਨ ਕਛ ਆਏ ਨ ਬਾਨੀ। ਜਦੋਂ ਸਤਿਗੁਰਾਂ ਨੇ ਗਿਆਨ ਬਖਸ਼ਿਆ ਫਿਰ ਮਗਨ ਹੀ ਹੋ ਗਏ। ਫਿਰ ਅੱਗੋਂ ਕੁਝ ਹੋਰ ਬੋਲਣ ਦੇ ਵਾਸਤੇ ਲਫ਼ਜ਼ ਹੀ ਨਹੀਂ ਪ੍ਰਾਪਤ ਹੋ ਰਹੇ ਵੀ ਹੁਣ ਮੈਂ ਬੋਲਾਂ ਕੀ, ਜ਼ੁਬਾਨ ਤੋਂ ਗੁਰਾਂ ਨੂੰ ਕਹਾਂ ਕੀ, ਬਸ ਮਗਨ ਹੋ ਗਏ ਮਾਤਾ ਜੀ, ਚੋਪੀ ਹੋ ਗਏ। ਲਖ ਸੁਤ ਮਹਿਮਾ ਮਹਾ ਮਹਾਨੀ। ਆ ਜਾਣ ਲਿਆ ਵੀ ਸਾਡੇ ਪੁੱਤਰ ਗੁਰੂ ਨਾਨਕ ਸਾਹਿਬ ਦਾ ਰੂਪ ਨੇ, ਇਹਨਾਂ ਦੀ ਵੱਡੀ ਤੋਂ ਵੱਡੀ ਮਹਾਨ ਤੋਂ ਮਹਾਨ ਮਹਿਮਾ ਹੈ, ਇਹਨਾਂ ਅੱਗੇ ਕੁਝ ਕਹਿਣਾ ਨਹੀਂ ਬਣਦਾ, ਇਸ ਕਰਕੇ ਚੋਪੀ ਭਲੀ ਹੈ। ਅਰਧ ਰਾਤ ਉਪਰ ਇੱਕ ਘੜੀ। ਸੋ ਇਸ ਤਰ੍ਹਾਂ ਮਾਤਾ ਜੀ ਵੈਰਾਗ ਦੇ ਬਚਨ ਕਰਨ ਤੋਂ ਬਾਅਦ ਬ੍ਰਹਮ ਗਿਆਨ ਲੈ ਕੇ ਚੁੱਪ ਹੋਏ। ਉਧਰ ਅੱਧੀ ਘੜੀ ਦਾ ਸਮਾਂ, ਵਾਹਿਗੁਰੂ ਅੱਧੀ ਰਾਤ ਦਾ ਸਮਾਂ ਤੇ ਉਹ ਤੋਂ ਇੱਕ ਘੜੀ ਦਾ ਕੁਝ ਹੋਰ ਸਮਾਂ ਅੱਗੇ ਲੰਘ ਗਿਆ। ਛੱਡਣ ਹੇਤ ਗੁਰ ਤਿਆਰੀ ਕਰੀ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਜਾਣ ਦੀ ਤਿਆਰੀ ਕਰ ਲਈ। ਇਤਿ ਕਦਾਸ ਟਿਕ ਮਾਤ ਨਿਹਾਰੇ। ਤੇ ਕਿੰਨੇ ਕੀ ਸਿੱਖ ਸੇਵਕ ਜਿਹੜੇ ਦਾਸ ਹਨ ਮਾਤਾ ਜੀ ਦੇ ਸਮੇਤ ਸਤਿਗੁਰਾਂ ਦੇ ਕੋਲ ਸਤਿਗੁਰਾਂ ਵੱਲ ਵੇਖ ਰਹੇ ਨੇ। ਦੋਸਨ ਹੋਏ ਸਥਿਰਤਾ ਧਾਰੇ। ਸਭ ਚੁੱਪ ਹਨ, ਮਾਤਾ ਜੀ ਵੇਖ ਰਹੇ ਨੇ। ਸਿੱਖ ਸੇਵਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚੁੱਪ ਕਰਕੇ ਹੀ ਦਰਸ਼ਨ ਕਰ ਰਹੇ ਹਨ। ਬੋਲਤ ਕੋਮਲ ਬਾਕ ਸੁਹਾਏ। ਤੇ ਮਹਾਰਾਜ ਸਾਹਿਬ ਬਹੁਤ ਹੀ ਕੋਮਲ ਤੇ ਸੋਹਣੇ ਬਾਗ ਜਾਂਦੇ ਸਮੇਂ ਸਿੱਖਾਂ ਦੇ ਤਾਈਂ ਬੋਲ ਰਹੇ ਨੇ। ਸ੍ਰੀ ਮੁਖ ਪਰ ਕਰ ਸੋ ਪਟ ਪਾਏ। ਕਹਿੰਦੇ ਵੀ ਇਸ ਤਰ੍ਹਾਂ ਬਚਨ ਕਰਦੇ ਆ ਇੱਕਦਮ ਹੀ ਸਤਿਗੁਰੂ ਜੀ ਉਹ ਜਿਹੜਾ ਕੁਸ਼ਾ ਦਾ ਦੱਬ ਦਾ ਆਸਣ ਹੇਠਾਂ ਵਿਛਾਇਆ ਸੀ, ਉਹਦੇ ਉੱਤੇ ਮਹਾਰਾਜ ਸਾਹਿਬ ਜੀ ਕੱਪੜਾ ਲੈ ਕੇ ਚਾਦਰਾ ਲੈ ਕੇ ਆਪਣੇ ਸਰੀਰ ਤੇ ਲੰਮੇ ਪੈ ਗਏ। ਲਿਓ ਅਸ਼ਾਦ ਸਿਨਕ ਮਹਿ ਪਿਆਨੇ। ਕਹਿੰਦੇ ਆਪਣੇ ਤਨ ਨੂੰ ਢੱਕ ਲਿਆ ਹੈ ਤੇ ਛਿਣਕ ਦਾ ਹੀ ਸਮਾਂ ਹੋਇਆ। ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਵੀ ਝਾਟੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਪਿਆਨਾ ਕਰ ਗਏ। ਸ੍ਰੀ ਹਰਿਕ੍ਰਿਸ਼ਨ ਸੋ ਕ੍ਰਿਸ਼ਨ ਸਮਾਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ ਜੀ ਕ੍ਰਿਸ਼ਨ ਜਿਹਦੇ ਵਿੱਚ ਕ੍ਰਿਸ਼ ਕਾਲਖ ਨਹੀਂ, ਮਾਇਆ ਨਹੀਂ, ਉਸ ਵਾਹਿਗੁਰੂ ਦੇ ਪਵਿੱਤਰ ਸਰੂਪ ਦੇ ਵਿੱਚ ਸਮਾ ਗਏ। ਬ੍ਰਹਮਾਦਕ ਨਾਰਦ ਮਨ ਸਾਥ। ਸਤਿਗੁਰਾਂ ਦੇ ਸੱਚਖੰਡ ਜਾਣ ਦਾ ਸੁਣ ਕੇ ਵੱਡੇ ਵੱਡੇ ਦੇਵਤੇ ਬ੍ਰਹਮਾ ਨਾਰਦ ਮੁਨੀ ਸਾਰੇ ਦਰਸ਼ਨ ਕਰਨ ਵਾਸਤੇ ਆਏ ਹਨ। ਸਗਲ ਦੇਵ ਜਤ ਦੇਵਨ ਨਾਥ। ਇੰਦਰ ਦੇਵਤਾ ਸਭ ਦੇਵਤਿਆਂ ਨੂੰ ਨਾਲ ਲੈ ਕੇ ਮਹਾਰਾਜ ਦੇ ਹਜ਼ੂਰ ਪਹੁੰਚਿਆ। ਗੁਰ ਆਗਮਨ ਜਾਣ ਸਭ ਆਏ। ਇਹ ਜਦੋਂ ਜਾਣਿਆ ਵੀ ਸਤਿਗੁਰਾਂ ਦਾ ਸੱਚਖੰਡ ਨੂੰ ਆਗਮਨ ਹੋ ਰਿਹਾ ਹੈ, ਅੱਗੋਂ ਲੈਣ ਦੇ ਲਈ ਸਤਿਕਾਰ ਕਰਨ ਦੇ ਲਈ ਦੇਵਤੇ ਪਹੁੰਚੇ ਹਨ। ਕਿਉਂਕਿ ਸਥੂਲ ਸਰੀਰ ਤੀਕਰ ਸੰਗਤ ਦੇ ਦਰਸ਼ਨ ਪਰਸਨ ਹੋਏ ਨੇ। ਹੁਣ ਜਦੋਂ ਸੂਖਮ ਸਰੀਰ ਸੱਚਖੰਡ ਨੂੰ ਜਾ ਰਿਹਾ ਹੈ ਤੇ ਸੂਖਮ ਰੂਹਾਂ ਦੇਵਤੇ ਭਲੇ ਪੁਰਖ ਮਹਾਰਾਜ ਦੇ ਦਰਸ਼ਨਾਂ ਨੂੰ ਪਹੁੰਚੇ ਹਨ। ਬਾਦਤ ਦੁੰਬਰ ਆਦ ਬਜਾਏ। ਅਨੇਕ ਤਰ੍ਹਾਂ ਦੇ ਖੁਸ਼ੀਆਂ ਦੇ ਵਿੱਚ ਵਾਜੇ ਵੱਜ ਰਹੇ ਨੇ। ਕਿਉਂਕਿ ਜਿਵੇਂ ਸੰਗਤ ਨੂੰ ਸ਼ੌਕ ਹੁੰਦਾ ਹੈ ਨਾ ਗੁਰੂ ਸਾਹਿਬ ਦੇ ਜਾਣ ਦਾ, ਉਹਨਾਂ ਨੂੰ ਖੁਸ਼ੀ ਹੁੰਦੀ ਹੈ ਵੀ ਮਹਾਰਾਜ ਸਾਹਿਬ ਸਾਡੀ ਪੂਰੀ ਥਾਣੀ ਲੰਘ ਕੇ ਜਾਣਗੇ, ਦਰਸ਼ਨ ਦੇਣਗੇ। ਵਾਜੇ ਵਜਾ ਰਹੇ ਹਨ, ਨਗਾਰੇ ਵਜਾ ਰਹੇ ਹਨ। ਪੁਸ਼ਪਨ ਮਾਲ ਵਿਸਾਲ ਆਨੰਦਤ। ਫੁੱਲਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਮਾਲਾ ਲੈ ਕੇ ਆਏ ਸਤਿਕਾਰ ਵਜੋਂ। ਬੜੇ ਆਨੰਦਿਤ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ। ਧੂਪ ਤਖਾਵਤ ਗੁਰ ਕੋ ਬੰਦਤ। ਧੂਪ ਸਮਗਰੀ ਤਖਾਉਂਦੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੰਦਨਾ ਨਮਸਕਾਰਾਂ ਕਰਦੇ ਹਨ। ਅਨੇਕ ਪ੍ਰਕਾਰਨ ਕੇ ਉਤਸਾਹੋ। ਇਸ ਤਰ੍ਹਾਂ ਅਨੇਕਾਂ ਪ੍ਰਕਾਰਾਂ ਦੇ ਸਮੂਹ ਦੇਵਤਿਆਂ ਨੇ ਉਤਸ਼ਾਹ ਕੀਤੇ। ਰਚੇ ਦੇਵ ਮਿਲ ਆਪਸ ਮਾਹੋ। ਦੇਵਤੇ ਆਪਸ ਵਿੱਚ ਮਿਲ ਮਿਲ ਕੇ ਮਹਾਰਾਜ ਸਾਹਿਬ ਦੀ ਮਹਿਮਾ ਦੇ ਬਚਨ ਕਰ ਰਹੇ ਨੇ। ਗੁਰੂ ਸਾਹਿਬ ਦੀ ਵਡਿਆਈ ਦੀਆਂ ਜੁਗਤੀਆਂ ਰਚ ਰਹੇ ਹਨ। ਛੱਡ ਵਿਵਾਨ ਪਰ ਗੁਰੂ ਪਿਆਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੋਹਣਾ ਵਿਵਾਨ ਆਇਆ। ਗਰੀਬ ਨਵਾਜ ਉਹਦੇ ਉੱਪਰ ਚੜ ਕੇ ਸੱਚਖੰਡ ਨੂੰ ਚੱਲ ਪਏ। ਮਨਿਆਨ ਮੁਕਤਾ ਗਨ ਕਰਨ ਲਰਕਾਨੇ। ਜਿਸ ਵਿਵਾਨ ਦੇ ਬਹੁਤ
ਸੋਹਣੀਆਂ ਹੀਰਿਆਂ ਦੀਆਂ ਮੋਤੀਆਂ ਦੀਆਂ ਮੜੀਆਂ ਦੀਆਂ ਲੜੀਆਂ ਲਮਕ ਰਹੀਆਂ ਹਨ। ਦੇਵ ਬਦੂ ਨਾਚਤ ਅਗਵਾਈ। ਤੇ ਜੋ ਦੇਵਤਿਆਂ ਦੀਆਂ ਵਹੁਟੀਆਂ ਨੇ ਇਹ ਵੀ ਖੁਸ਼ੀ ਦੇ ਨਾਲ ਅੱਗੇ ਅੱਗੇ ਮਹਾਰਾਜ ਦੇ ਚੱਲ ਰਹੀਆਂ ਨੇ। ਚਲੇ ਜਾਤ ਹਵੇ ਅਨਕ ਵਧਾਈ। ਤੇ ਸਤਿਗੁਰੂ ਮਹਾਰਾਜ ਸੱਚਖੰਡ ਨੂੰ ਜਿਉਂ-ਜਿਉਂ ਜਾ ਰਹੇ ਹਨ ਤਿਵੇਂ ਬਹੁਤ ਆਨੰਦ ਬਹੁਤ ਵਧਾਈਆਂ ਇਹਨਾਂ ਦੇ ਵਿੱਚ ਵੱਜ ਰਹੀਆਂ ਦੇਵਤਿਆਂ ਅੰਦਰ। ਕਿਨਰ ਗੰਧਰਵ ਮਿਲ ਸਮਦਾਇਆ। ਆ ਕਿੰਨਰ ਗੰਧਰਵ ਜਿਹੜੇ ਦੇਵਤਿਆਂ ਦੇ ਰਾਗੀ ਕਿੰਨਰ ਅੱਗੇ ਇਹਨਾਂ ਦੇ ਵਾਜੇ ਵਜਾਉਣ ਵਾਲੇ ਸਾਜ਼ ਵਜਾਉਣ ਵਾਲੇ ਇਹ ਸਾਰੇ ਹੀ ਮਿਲ ਕਰਕੇ ਸਭ ਹਨ ਮਹਿ ਆਨੰਦ ਬੜ ਸਾਇਆ। ਸਾਰਿਆਂ ਦੇ ਵਿੱਚ ਬਹੁਤ ਆਨੰਦ ਛਾਇਆ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਪਹੁੰਚੇ ਪ੍ਰਭੂ ਬੈਕੁੰਠ ਸਥਾਨ। ਸੋ ਇਸ ਤਰ੍ਹਾਂ ਚੱਲਦਿਆਂ ਹੋਇਆਂ ਪ੍ਰਭੂ ਸਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸੱਚਖੰਡ ਦੇ ਵਿੱਚ ਗੁਰਪੁਰੀ ਦੇ ਵਿੱਚ ਪਹੁੰਚ ਗਏ। ਆਤ ਆਨੰਦ ਮਹਿ ਗੁਰ ਭਗਵਾਨ। ਜਿੱਥੇ ਬਹੁਤ ਹੀ ਆਨੰਦ ਦੇ ਸਹਿਤ ਗੁਰੂ ਭਗਵਾਨ ਜੀ ਦਾ ਮਲਾਪ ਅੱਗੇ ਆਪਣੇ ਸਤਿਗੁਰੂ ਦੀ ਜੋਤ ਨਾਲ ਹੋਇਆ। ਸੁਰ ਸਭ ਨਿਜ ਨਿਜ ਥਾਨ ਸਦਾਏ। ਜਦੋਂ ਸਤਿਗੁਰੂ ਸੱਚਖੰਡ ਪਹੁੰਚੇ ਨੇ ਦੇਵਤਿਆਂ ਦੀ ਪਹੁੰਚ ਨਹੀਂ ਸੀ ਉੱਥੋਂ ਤੀਕਰ। ਉਹ ਜਿੱਥੋਂ ਤੀਕਰ ਕਿਸੇ ਦੀ ਪਹੁੰਚ ਹੈ ਉਹ ਉੱਥੋਂ ਹੀ ਮਹਾਰਾਜ ਨੂੰ ਨਮਸਕਾਰ ਕਰਕੇ ਆਪੋ ਆਪਣੇ ਥਾਂ ਤੇ ਕੋਈ ਬ੍ਰਹਮਪੁਰੀ ਨੂੰ ਕੋਈ ਸ਼ਿਵਪੁਰੀ ਨੂੰ ਕੋਈ ਸਵਰਗਪੁਰੀ ਨੂੰ ਇੰਦਰਪੁਰੀ ਨੂੰ ਚਲੇ ਗਏ। ਕੀਰਤ ਕਰਤ ਗੁਰਨ ਕੀ ਜਾਏ। ਤੇ ਜਾਂਦਿਆਂ ਹੋਇਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਕੀਰਤੀ ਕਰਦੇ ਮਹਿਮਾ ਕਰਦੇ ਜਾ ਰਹੇ ਹਨ। ਜਬ ਤਨ ਤਿਆਗਨ ਜਾਣਿਓ ਜਾਣਾ। ਇੱਧਰ ਹੁਣ ਜਦੋਂ ਮਾਤ ਲੋਕ ਦੇ ਵਿੱਚ ਜੋ ਮਾਤਾ ਜੀ ਖਲੋਤੇ ਨੇ ਉਸ ਆਸਣ ਦੇ ਨੇੜੇ ਜਿੱਥੇ ਸਤਿਗੁਰੂ ਬਰਾਜੇ ਨੇ ਕੁਝ ਸੇਵਾਦਾਰ ਸੇਵਕ ਖਲੋਤੇ ਆ ਤੇ ਜਦੋਂ ਇਸ ਤਰ੍ਹਾਂ ਜਾਣਿਆ ਪਿਆ ਨਾ ਵੀ ਹੁਣ ਸਤਿਗੁਰੂ ਕੋਈ ਬਚਨ ਨਹੀਂ ਕਰ ਰਹੇ ਬਸਤਰ ਨਹੀਂ ਹਿਲ ਰਿਹਾ ਜਿਵੇਂ ਕੋਈ ਸਵਾਸ ਆ ਜਾ ਨਹੀਂ ਰਿਹਾ ਵੀ ਇਹ ਲੱਗਦਾ ਸਰੀਰ ਛੱਡ ਗਏ ਹਨ। ਦਾਸਨ ਸੋ ਤਬ ਬਾਕ ਬਖਾਨਾ। ਉਸ ਵੇਲੇ ਮਾਤਾ ਕ੍ਰਿਸ਼ਨ ਕੌਰ ਜੀ ਨੇ ਸੇਵਕਾਂ ਨੂੰ ਕਿਹਾ ਉਸ ਜਿਹੜੇ ਨੇੜੇ ਖਲੋਤੇ ਸਨ ਦੇਖੋ ਸਤਿਗੁਰ ਕੀ ਅਬਦੇ। ਕਹਿਣ ਲੱਗੇ ਵੀ ਵੇਖੋ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਦੇਹ ਵੱਲ ਵੀ ਸਤਿਗੁਰੂ ਸਾਹਿਬ ਜੀ ਦੀ ਦੇਹ ਹਾਲਾਂ ਸਵਾਸ ਚੱਲਦੇ ਹਨ ਜਾਂ ਮਹਾਰਾਜ ਸਵਾਸ ਤਿਆਗ ਗਏ ਨੇ। ਪ੍ਰਾਨ ਨਹੀਂ ਜਾਣੇ ਮਨ ਇਹ। ਕਿਉਂਕਿ ਇਸ ਤਰ੍ਹਾਂ ਮਨ ਵਿੱਚ ਜਾਣਿਆ ਪੈਂਦਾ ਹੈ ਵੀ ਹੁਣ ਸਤਿਗੁਰਾਂ ਦੇ ਸਰੀਰ ਵਿੱਚ ਜਿਹੜੀ ਪ੍ਰਾਣ ਵਾਯੂ ਹੈ ਉਹ ਨਹੀਂ ਚੱਲ ਰਹੀ। ਤਬ ਉਘਾਰ ਮੁਖ ਦਾਸ ਨਿਹਾਰਾ। ਮਾਤਾ ਜੀ ਦਾ ਬਚਨ ਸੁਣ ਕੇ ਸੇਵਕ ਨੇ ਉਹ ਚਾਦਰਾ ਪਰੇ ਕੀਤਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਮੁਖ ਵੇਖਿਆ। ਜਥਾ ਪਰ ਫੁਲਤ ਕਮਲ ਉਦਾਰਾ। ਵੇਖਦੇ ਹੈ ਵੀ ਜਿਵੇਂ ਮਹਾਰਾਜ ਸਿੰਘਾਸਣ ਤੇ ਬੈਠਿਆਂ ਚਿਹਰਾ ਦਗਦਗ ਕਰਦਾ ਪ੍ਰਫੁੱਲਤ ਹੈ ਖਿੜਿਆ ਰਹਿੰਦਾ ਉਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਚਿਹਰਾ ਪ੍ਰਫੁੱਲਤ ਹੋ ਰਿਹਾ ਏ। ਮ੍ਰਿਤਕ ਚਿੰਨ ਇੱਕ ਪ੍ਰਾਣ ਨਾ ਆਵਤ। ਚਿਹਰੇ ਦੇ ਰੰਗ ਹਾਵ ਭਾਵ ਤੋਂ ਨਹੀਂ ਜਾਣਿਆ ਜਾਂਦਾ ਵੀ ਇਹ ਸਰੀਰ ਦੇ ਇਹਨਾਂ ਚੜ੍ਹਾਈ ਕਰ ਗਏ ਨੇ। ਬਸ ਇੱਕੋ ਹੀ ਨਿਸ਼ਾਨੀ ਇਹ ਹੈ ਵੀ ਸਵਾਸ ਨਹੀਂ ਆ ਰਹੇ ਨਾਸਿਕਾ ਦੇ ਰਾਹੀਂ ਨਾ ਜਾ ਰਹੇ ਹਨ। ਬਾਕੀ ਨਹੀਂ ਕੋਈ ਜਿਵੇਂ ਹੁੰਦਾ ਹੈ ਨਾ ਵੀ ਕੋਈ ਪ੍ਰਾਣ ਤਿਆਗ ਦਿੰਦਾ ਹੈ ਉਹਦਾ ਰੰਗ ਹੀ ਬਦਲ ਜਾਂਦਾ ਕਦੀ ਕਾਲਾ ਕਿਸੇ ਦਾ ਕਿਸੇ ਤਰ੍ਹਾਂ ਦਾ ਕਿਸੇ ਦਾ ਸਫੇਦ ਜਿਹਾ ਖੱਟਾ ਜਿਹਾ ਪੀਲਾ ਜਿਹਾ ਪੈ ਜਾਂਦਾ ਚਿਹਰਾ। ਉਸ ਤਰ੍ਹਾਂ ਨਹੀਂ ਮਹਾਰਾਜ ਦਾ ਚਿਹਰਾ ਉਵੇਂ ਹੀ ਦਗ-ਦਗ ਕਰ ਰਿਹਾ ਕਮਲ ਫੁੱਲ ਵਾਂਗ ਖਿੜਿਆ ਹੈ। ਚਿਹਰਾ ਵੇਖ ਕੇ ਨਹੀਂ ਕੋਈ ਆ ਸਕਦਾ ਵੀ ਚੜ੍ਹਾਈ ਕੀਤੇ ਨੇ। ਇੱਕ ਸਵਾਸ ਨਹੀਂ ਆ ਜਾ ਰਹੇ ਜਿਹੜੇ ਇਹੀ ਨਿਸ਼ਾਨੀ ਹਨ ਵੀ ਸਤਿਗੁਰੂ ਜੀ ਹੁਣ ਸਾਨੂੰ ਤਿਆਗ ਗਏ ਹਨ। ਅਪਰ ਪ੍ਰਭਾ ਤਿਮਹਿ ਦ੍ਰਿਸ਼ਟਾਵਤ। ਬਾਕੀ ਜੋ ਪ੍ਰਭਾ ਹੈ ਮਹਾਰਾਜ ਦੀ ਆਭਾ ਹੈ ਜੋ ਸ਼ੋਭਾ ਹੈ ਜੋ ਸੁੰਦਰਤਾ ਹੈ ਪ੍ਰਤਾਪ ਹੈ ਚਿਹਰੇ ਦਾ ਉਸੇ ਤਰ੍ਹਾਂ ਦਰਸ਼ਨ ਕਰਨ ਵਿੱਚ ਆ ਰਿਹਾ ਹੈ ਵੇਖਣ ਵਿੱਚ। ਮੋਹਰ ਬਦਨ ਅਸਾਧਨ ਕਰਿਓ। ਇਸ ਤਰ੍ਹਾਂ ਮਾਤਾ ਜੀ ਦੇ ਕਹਿਣ ਤੇ ਸੇਵਕਾਂ ਨੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੂਪ ਦੇ ਦਰਸ਼ਨ ਕੀਤੇ ਫੇਰ ਕੱਪੜਾ ਉੱਤੇ ਪਾ ਕੇ ਚਿਹਰਾ ਢੱਕ ਦਿੱਤਾ। ਸਭ ਕੇ ਦ੍ਰਿਗ ਪੂਰਨ ਜਲ ਢਰਿਓ। ਬਸ ਵੇਂਦਿਆਂ ਸਾਰਿਆਂ ਦੇ ਨੇਤਰਾਂ ਦੇ ਵਿੱਚੋਂ ਸੰਪੂਰਨ ਸਿੱਖਾਂ ਦੇ ਜਲ ਵਹਿ ਤੁਰਿਆ। ਰੁਦਤ ਭਏ ਜਬ ਅੰਤਰ ਸਾਰੇ। ਸਾਰੇ ਹੀ ਜਿੱਥੇ ਅੰਦਰ ਮਹਾਰਾਜ ਦਾ ਆਸਣ ਸੀ ਤੰਬੂ ਵਿੱਚ ਵੈਰਾਗ ਵਿੱਚ ਰੋਣ ਲੱਗ ਪਏ ਸਿੱਖ ਸੇਵਕ। ਮਹਿਰ ਪੌਰ ਪਰਪ ਸੁਣੀ ਪੁਕਾਰੇ। ਤੇ ਜਿਹੜੇ ਬਾਹਰ ਮਹਾਰਾਜ ਦੇ ਡੇਰੇ ਦੇ ਬਾਹਰ ਦਰਵਾਜ਼ੇ ਤੇ ਰਾਤ ਦੇ ਬੈਠੇ ਕੀਰਤਨ ਕਰ ਰਹੇ ਗੁਰਾਂ ਦੇ ਹੁਕਮ ਦੇ ਨਾਲ ਉਹਨਾਂ ਜਦੋਂ ਰੋਣ ਦੀ ਵੈਰਾਗ ਦੀ ਆਵਾਜ਼ ਸੁਣੀ
ਜਾਣਿਓ ਸਭਨ ਸਮਾਵਤ ਭਏ। ਸਾਰਿਆਂ ਜਾਣ ਲਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਮਾ ਗਏ ਨੇ, ਸੱਚਖੰਡ ਨੂੰ ਚਲੇ ਗਏ ਹਨ। ਆਪਨ ਪੁਰੀ ਕੋ ਪ੍ਰਾਪਤ ਥਿਆ। ਜਿਹੜੀ ਮਹਾਰਾਜ ਦੀ ਆਪਣੀ ਪੁਰੀ, ਆਪਣਾ ਨਿਜ ਸਥਾਨ ਹੈ ਸੱਚਖੰਡ, ਗੁਰਪੁਰੀ ਵਿੱਚ ਸਮਾ ਕੇ ਪਹੁੰਚ ਗਏ ਹਨ। ਸਿਮਰਤ ਸਤਨਾਮ ਸਹਿ ਸੋਕਾ। ਇਸ ਤਰ੍ਹਾਂ ਸਾਧ ਸੰਗਤ ਜਿਵੇਂ ਗੁਰੂ ਮਹਾਰਾਜ ਨੇ ਹੁਕਮ ਕੀਤਾ ਸੀ ਨਾ ਵੀ ਤੁਸੀਂ ਨਾਮ ਜਪਣਾ ਹੈ, ਉਹ ਬਾਹਰ ਵੀ ਜਿਹੜੀ ਸੰਗਤ ਬੈਠੀ ਆ ਸਤਨਾਮ ਵਾਹਿਗੁਰੂ ਦਾ ਸਿਮਰਨ ਵੀ ਕਰੀ ਜਾ ਰਹੇ ਨੇ, ਨਾਲ ਸ਼ੋਕ ਵੀ ਆ, ਵੈਰਾਗ ਵੀ ਆ, ਨੇਤਰਾਂ ਜੋ ਪਾਣੀ ਵੀ ਵਹਿੰਦਾ ਹੈ। ਹੋਤੇ ਪੋਰ ਪਰ ਜੇ ਤਕ ਲੋਕਾ। ਜਿੰਨੇ ਕੁ ਸਿੱਖ ਸੇਵਕ ਮਸੰਦ ਬਾਹਰਲੇ ਪੌੜ ਤੇ ਬੈਠੇ ਸਨ। ਸੁਣ ਜੈ ਸਿੰਘ ਕੋ ਦੂਤ ਸਿਧਾਰਿਓ। ਰਾਜੇ ਜੈ ਸਿੰਘ ਦਾ ਦੂਤ ਉੱਥੇ ਹੀ ਬੈਠਾ ਸੀ, ਕਿਉਂਕਿ ਰਾਜਾ ਕਹਿ ਗਿਆ ਸੀ ਮੈਨੂੰ ਖਬਰ ਦੇਣੀ ਜਦੋਂ ਕੁਝ ਭਾਣਾ ਵਾਪਰੇ। ਇਹ ਖਬਰ ਸੁਣਦਿਆਂ ਸਾਰ ਉਸੇ ਵੇਲੇ ਉਹ ਜੈ ਸਿੰਘ ਵੱਲ ਦੌੜਿਆ ਖਬਰ ਦੇਣ। ਜਾਏ ਪਾਸ ਤਿਸ ਸੇ ਭੇਵ ਉਚਾਰਿਓ। ਦਿੱਲੀ ਸ਼ਹਿਰ ਵਿੱਚ ਜਾ ਕੇ ਸਾਰਾ ਭੇਦ ਦੱਸਿਆ ਵੀ ਹੇ ਰਾਜਨ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਰੀਰ ਤਿਆਗ ਗਏ ਹਨ। ਨਿਰਭ ਸੁਨ ਸੋਕ ਵਿਸਾਲ ਉਪਾਇਓ। ਅੱਧੀ ਰਾਤ ਹੀ, ਕਿਉਂਕਿ ਉਹਨੇ ਕਿਹਾ ਸੀ ਕੋਈ ਵੀ ਸਮਾਂ ਹੋਵੇ ਉਸੇ ਵੇਲੇ ਖਬਰ ਦੇਣੀ ਹੈ, ਤੇ ਪਹਿਰਾਦਾਰਾਂ ਨੂੰ ਪਹਿਲਾਂ ਦੱਸਿਆ ਸੀ ਵੀ ਰਾਤ ਆਉਣ ਤੋਂ ਵੀ ਕੋਈ ਰੋਕੇ ਨਾ ਦੂਤਾਂ ਨੂੰ। ਖਬਰ ਦਿੱਤੀ ਜਦੋਂ ਅੱਧੀ ਰਾਤ ਕੁਝ ਸਮਾਂ ਅੱਗੇ ਗਏ ਤੇ ਸਾਧ ਸੰਗਤ ਸੁਣਦੇ ਹੀ ਜੈ ਸਿੰਘ ਬਹੁਤ ਸ਼ੋਕ ਦੇ ਵਿੱਚ ਆ ਗਿਆ। ਸਿਮਰ ਸਿਮਰ ਗੁਰ ਗੁਣ ਪਛਤਾਇਓ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਣ ਯਾਦ ਕਰ ਕਰਕੇ ਬੜਾ ਪਛਤਾਉਂਦਾ ਹੈ, ਬਹੁਤ ਦੁੱਖ ਮਨਾਉਂਦਾ ਏ। ਮੈਂ ਨਾ ਹੀ ਗੁਰਾਂ ਨੂੰ ਇੱਥੇ ਦਿੱਲੀ ਲੈ ਕੇ ਆਉਂਦਾ, ਮੇਰੇ ਕਾਰਨ ਹੀ ਨਾ ਕਿਤੇ ਸਤਿਗੁਰੂ ਜੀ ਪਹਿਲਾਂ ਚਲੇ ਗਏ ਹੋਣ, ਇਵੇਂ ਪਛਤਾਤਾਪ ਕਰਦਾ ਏ। ਸਾਹੋ ਨਿਕਟ ਸੁਧ ਤਬ ਪਹੁੰਚਾਈ। ਉਸੇ ਵੇਲੇ ਔਰੰਗਜ਼ੇਬ ਦੇ ਕੋਲ ਵੀ ਬੰਦੇ ਭੇਜੇ ਨੇ, ਕਿਉਂਕਿ ਬਾਦਸ਼ਾਹ ਨੇ ਵੀ ਕਿਹਾ ਸੀ ਭਾਵੇਂ ਰਾਤ ਹੋਵੇ ਦਿਨ ਹੋਵੇ, ਜਦੋਂ ਮਹਾਰਾਜ ਚੜ੍ਹਾਈ ਕਰਨ ਮੈਨੂੰ ਖਬਰ ਦੇਣੀ ਹੈ। ਉਹਨੂੰ ਖਬਰ ਦੇਣ ਵਾਸਤੇ ਗਏ ਹਨ ਦੂਤ। ਜਾਮ ਜਾਮ ਨੇ ਤੀਨ ਬਤਾਈ। ਜਦੋਂ ਤੀਕਰ ਔਰੰਗਜ਼ੇਬ ਦੇ ਕੋਲ ਖਬਰ ਗਈ ਹੈ, ਉਦੋਂ ਤੀਕਰ 3 ਪਹਿਰ ਰਾਤ ਬਤੀਤ ਹੋ ਚੁੱਕੀ ਸੀ, ਭਾਵ ਕਿ ਸਵੇਰ ਦੇ ਅੰਮ੍ਰਿਤ ਵੇਲੇ ਦੇ 3 ਵੱਜ ਚੁੱਕੇ ਸਨ। ਸੁਣ ਕੇ ਸੁਧਤਾ ਗੀਤ ਪੁਨ ਕਰੀ। ਉਸੇ ਵੇਲੇ ਜਦੋਂ ਖਬਰ ਸੁਣੀ ਤੇ ਔਰੰਗਜ਼ੇਬ ਨੇ ਉਹਨਾਂ ਦਾਸਾਂ ਨੂੰ ਤਗੀਦ ਕੀਤੀ, ਪੱਕਿਆਂ ਕਰ ਦਿੱਤਾ। ਮੈਂ ਆਵੋ ਚੱਲ ਕਰ ਜਿਸ ਘਰੀ। ਕਹਿਣ ਲੱਗਾ ਵੀ ਜਾ ਕੇ ਜੈ ਸਿੰਘ ਨੂੰ ਸੁਨੇਹਾ ਦੇ ਦਿਓ ਵੀ ਜਦੋਂ ਮੈਂ ਚੱਲ ਕਰਕੇ ਜਿਸ ਘੜੀ ਜਿਸ ਸਮੇਂ ਆਵਾਂ, ਤਬ ਕਰਨੋ ਸੰਸਕਾਰ ਸਰੀਰ। ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੀਰ ਦਾ ਸੰਸਕਾਰ ਕਰਨਾ ਹੈ ਮੇਰੇ ਆਏ ਤੋਂ। ਬਾਲ ਗੁਰੂ ਹਰਿਕ੍ਰਿਸ਼ਨ ਸਤੀਰ। ਜੋ ਬਾਲ ਉਮਰਾਂ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੜੇ ਧੀਰਜ ਧਾਰੀ ਸਤਿਗੁਰੂ ਹੋਏ ਨੇ, ਮੇਰੇ ਆਏ ਤੋਂ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਕਰਿਓ। ਨਿਰਭਉ ਆਨ ਸਗਲ ਸਮਝਾਈ। ਉਹ ਦੂਤਾਂ ਨੇ ਔਰੰਗਜ਼ੇਬ ਦੀ ਕਹੀ ਸਾਰੀ ਗੱਲ ਆ ਕੇ ਸਮਝਾ ਦਿੱਤੀ ਜੈ ਸਿੰਘ ਨੂੰ। ਸਾਹੋ ਆਪ ਸੋ ਇਮ ਫਰਮਾਈ। ਕਿ ਹੇ ਰਾਜਨ, ਬਾਦਸ਼ਾਹ ਨੇ ਤੁਹਾਡੇ ਤਾਈਂ ਇਸ ਤਰ੍ਹਾਂ ਹੁਕਮ ਕਰਕੇ ਭੇਜਿਆ ਹੈ। ਸੁਣ ਜੈ ਸਿੰਘ ਹੋਇਆ ਤਤਕਾਲ। ਜਦੋਂ ਜੈ ਸਿੰਘ ਨੇ ਸੁਣਿਆ, ਇੱਕ ਤਾਂ ਮਹਾਰਾਜ ਦੇ ਦਰਸ਼ਨ ਕਰਨੇ, ਦੂਜਾ ਬਾਦਸ਼ਾਹ ਦਾ ਹੁਕਮ ਹੋ ਗਿਆ, ਝਾਟੀ ਇਸ਼ਨਾਨ ਕਰਕੇ ਤੇ ਉਸ ਥਾਂ ਤੇ ਚਲਾ ਗਿਆ ਜਿੱਥੇ ਗੁਰੂ ਸਾਹਿਬ ਜੀ ਦਾ ਬਾਰ-ਬਾਰ ਡੇਰਾ ਹੈ। ਅੰਮ੍ਰਿਤ ਵੇਲਾ ਹੁਤ ਵਿਸਾਲ। ਇਸ ਵੇਲੇ ਵੱਡਾ ਤੜਕਾ ਅੰਮ੍ਰਿਤ ਵੇਲਾ ਸੀ ਹਾਲਾਂ। ਜਾਏ ਪੌਰ ਪਰ ਬੈਠਿਓ ਸੋਏ। ਜਾ ਕੇ ਜੈ ਸਿੰਘ ਰਾਜਾ ਵੀ ਦਰਵਾਜ਼ੇ ਤੇ ਬਾਰ-ਬਾਰ ਹੀ ਗੁਰਾਂ ਦੇ ਡੇਰੇ ਦੇ ਸੰਗਤ ਵਿੱਚ ਬੈਠ ਗਿਆ। ਆਏ ਅਪਰ ਬੈਠੇ ਸਭ ਕੋਏ। ਹੋਰ ਵੀ ਜਿਉਂ-ਜਿਉਂ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਚੱਲਦਾ ਜਾ ਰਿਹਾ, ਤਿਉਂ-ਤਿਉਂ ਮਹਾਰਾਜ ਸਾਹਿਬ ਦੇ ਦਰਵਾਜ਼ੇ ਤੇ ਸੰਗਤ ਦਾ ਇਕੱਠ ਹੋ ਰਿਹਾ ਪੌੜ ਤੇ। ਭਾਈ ਪ੍ਰਭਾਤ ਸੁਣਿਓ ਪਰ ਸਾਰੇ। ਜਦੋਂ ਪ੍ਰਭਾਤ ਦਾ ਸਮਾਂ ਹੋ ਗਿਆ, ਭਾਵ ਕਿ ਜਦੋਂ ਪੌ ਫਟਾਲਾ ਜਿਹਾ ਹੋ ਗਿਆ, ਦਿਨ ਚੜ੍ਹਨਾ ਬਿਲਕੁਲ ਨੇੜੇ ਜੇ ਆ ਗਿਆ, ਸਾਰੇ ਸ਼ਹਿਰ ਦੇ ਵਿੱਚ ਇਹ ਖਬਰ ਚਲੇ ਗਈ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚਖੰਡ ਗਏ ਹਨ। ਸਿੱਖ ਸੰਗਤ ਪਾ ਮੇਲ ਉਦਾਰੇ। ਸਿੱਖ ਸੰਗਤਾਂ ਦਾ ਬਹੁਤ ਭਾਰੀ ਉਦਾਰ ਮੇਲ ਹੋ ਗਿਆ, ਬਹੁਤ ਇਕੱਠ ਸਤਿਗੁਰਾਂ ਦੇ ਡੇਰੇ ਤੇ ਹੋ ਗਿਆ। ਚੰਦਨ ਲੈ ਲੈ ਪਹੁੰਚੇ ਕੋਏ। ਕੋਈ ਸਿੱਖ ਸੰਗਤ ਆਪਣੀ ਵਿੱਚ ਸੇਵਾ ਦੀ ਹਾਜ਼ਰੀ ਲਵਾਉਣ ਲਈ ਚੰਦਨ ਦੀਆਂ ਲੱਕੜਾਂ ਲੈ ਲੈ ਕੇ ਗੁਰਾਂ ਦੇ ਅੰਗੀਠੇ ਲਈ ਪਹੁੰਚ ਰਹੇ ਨੇ। ਹਿਲ ਆਰ ਘਰੇ ਘਨੋ ਲੈ ਸੋਏ।
ਕੋਈ ਤਿਲ ਲੈ ਕੇ ਆਇਆ ਹੈ, ਕੋਈ ਦੇਸੀ ਘਿਓ ਲੈ ਕੇ ਆ ਰਿਹਾ ਵੀ ਗੁਰਾਂ ਦੇ ਅੰਗੀਠੇ ਤੇ ਪਾਵਾਂਗੇ। ਅਨਕ ਸੁਗੰਧਨ ਲਿਆਵਨ ਕਈ ਕਰੇ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਲੈ ਕੇ ਆ ਰਿਹਾ ਹੈ। ਸੋਕ ਵਿਸਾਲ ਸਿੱਖ ਬਹੁ ਇਹ ਧਰੇ ਬਹੁਤਾ ਹੀ ਸੋਗ ਸਿੱਖ ਹਿਰਦੇ 'ਚ ਧਾਰਨ ਕਰ ਰਹੇ ਨੇ ਗੁਰਾਂ ਦੇ ਸੱਚਖੰਡ ਜਾਣ ਤੇ। ਭਈ ਭੀਰ ਨਰ ਮਿਲੇ ਹਜ਼ਾਰੋਂ ਹਜ਼ਾਰਾਂ ਹੀ ਸਿੱਖ ਸੰਗਤ ਇਕੱਤਰ ਹੋ ਗਏ ਗੁਰੂ ਦਰ ਤੇ ਦਰਬਾਰ ਤੇ ਬਹੁਤ ਭੀੜ ਇਕੱਤਰ ਹੋਈ ਆ। ਸੁਣ ਸੁਧ ਚਲੇ ਆਏ ਦੁਖ ਧਾਰੋ ਆ ਦੁੱਖ ਧਾਰਨ ਕਰਕੇ ਜਿਹਨੂੰ ਵੀ ਪਤਾ ਲੱਗਦਾ ਏ ਖਬਰ ਦਾ ਸੁਣ ਸੁਣ ਕੇ ਮਹਾਰਾਜ ਦੇ ਅੰਤਮ ਦਰਸ਼ਨ ਕਰਨ ਆ ਰਹੇ ਨੇ। ਬੈਠੇ ਸਿਮਰਹਿ ਗੁਰ ਗਨ ਕਨੇ ਉੱਥੇ ਬੈਠਦੇ ਜਾ ਰਹੇ ਹਨ, ਨਮਸਕਾਰਾਂ ਕਰ ਰਹੇ ਨੇ ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਚੇਤੇ ਕਰ ਰਹੇ ਨੇ, ਗੁਣ ਗਾ ਰਹੇ ਨੇ। ਅਸ਼ਟ ਅਨਕ ਦਰਸ਼ਨ ਤੇ ਹਨੇ ਕਹਿੰਦੇ ਨੇ ਵੇਖੋ ਵੀ ਧੰਨ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਅਨੇਕਾਂ ਦੁੱਖ ਕੱਟੇ ਜਾਂਦੇ ਸਨ। ਜਬ ਕੇ ਪੁਰ ਮਹਿ ਭੈ ਪਰਵੇਸ਼ ਵੇਖੋ ਜਦੋਂ ਦੇ ਮਹਾਰਾਜ ਦਿੱਲੀ ਸ਼ਹਿਰ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਤਬ ਤੇ ਨਾਸੇ ਰੋਗ ਅਸ਼ੇਸ਼ ਸਿੱਖ ਆਪਸ ਵਿੱਚ ਕਹਿੰਦੇ ਉਦੋਂ ਦੇ ਸਾਰੇ ਹੀ ਰੋਗ ਮਹਾਰਾਜ ਨੇ ਦੂਰ ਕਰਤੇ। ਹੈਜਾ ਫੈਲਿਆ ਸੀ, ਚੇਚਕ ਫੈਲੀ ਸੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਰਪਾ ਕਰਕੇ ਸਭ ਮਾਰੀ ਦੂਰ ਕਰ ਦਿੱਤੀ ਸ਼ਹਿਰ ਚੋਂ। ਜੈਪੁਰ ਨਾਥ ਆਥ ਆਦ ਸਭ ਕਹੇ ਇਸ ਤਰ੍ਹਾਂ ਰਾਜਾ ਮਿਰਜ਼ਾ ਜੈ ਸਿੰਘ ਹੋਰ ਗੁਰਸਿੱਖ ਮਸੰਦ ਆਪਸ ਵਿੱਚ ਮਿਲ ਮਿਲ ਗੁਰਾਂ ਦੀ ਮਹਿਮਾ ਦੇ ਬਚਨ ਕਹਿੰਦੇ ਹਨ। ਸਰਬ ਕਲਾ ਸਮਰੱਥ ਪ੍ਰਭ ਲਹੇ ਕਹਿੰਦੇ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਰਬ ਕਲਾ ਸਮਰੱਥ ਸ਼ਕਤੀਆਂ ਦੇ ਮਾਲਕ ਸਨ। ਇਹ ਚਤ ਰਾਮ ਰਾਏ ਕੋ ਨਿੰਦੇ ਕਈ ਤਾਂ ਗੁੱਸੇ ਜਾ ਕੇ ਰਾਮ ਰਾਏ ਦੀ ਨਿੰਦਾ ਕਰਦੇ ਨੇ ਵੀ ਉਹਦਾ ਹੀ ਸਾਦਾ ਪੀੜਖਾ ਦਾ ਪਵਾੜਾ ਸੀ, ਉਹਨੇ ਹੀ ਮਹਾਰਾਜ ਨੂੰ ਇੱਥੇ ਬੁਲਾਇਆ ਦਿੱਲੀ ਵਿੱਚ। ਮਤ ਸਰ ਧਰਤਾ ਬਹੁ ਔਰ ਬਿੰਦੇ ਮਹਾਰਾਜ ਸਾਹਿਬ ਜੀ ਦੇ ਨਾਲ ਬਹੁਤ ਈਰਖਾ ਰੱਖਦਾ, ਏਦਾਂ ਸਮਝ ਕੇ ਕਈ ਤਾਂ ਰਾਮ ਰਾਏ ਦੇ ਉੱਤੇ ਰੋਸ ਕੱਢਣ ਲੱਗ ਪਏ। ਸਾਹੋ ਨਿਕਟ ਕੇ ਪ੍ਰਥਮ ਘਾਰੇ ਕਹਿੰਦੇ ਵੀ ਇਹਨੇ ਹੀ ਔਰੰਗਜ਼ੇਬ ਕੋ ਕਹਿ ਕੇ ਮਹਾਰਾਜ ਨੂੰ ਪਹਿਲਾਂ ਦਿੱਲੀ ਵਿੱਚ ਸੱਦਿਆ ਸੀ, ਨਾ ਸੱਦਤਾ ਦੇ ਹੋ ਸਕਦਾ ਮਹਾਰਾਜ ਸੱਚਖੰਡ ਨਾ ਜਾਂਦੇ। ਇਹ ਸੰਗਤ ਏਦਾਂ ਸੋਚ ਰਹੀ ਆ। ਔਰ ਪਰਵੇਸ਼ ਸੇ ਪਿਕ ਸ਼ਰਾਪ ਉਚਾਰੇ ਫਿਰ ਵੇਖੋ ਜੇ ਪਹਿਲਾਂ ਸਾਦੀ ਲਿਆ ਜੇ ਦਿੱਲੀ ਸ਼ਹਿਰ ਵਿੱਚ ਆ ਗਏ ਤਾਂ ਫਿਰ ਉਹਨਾਂ ਨੂੰ ਸ਼ਰਾਪ ਦੇ ਦਿੱਤਾ ਵੀ ਇਹ ਤਾਂ ਸੀਤਲਾ ਨਿਕਲ ਕੇ ਚੜ੍ਹਾਈ ਕਰਨਗੇ। ਇਨਹੋ ਨਾ ਚਾਹਿਓ ਸਾਹੋ ਸੋ ਮੇਲਾ ਤੇ ਵੇਖੋ ਵੀ ਪਰ ਮਹਾਰਾਜ ਨੇ ਤਾਂ ਕਿਸੇ ਤਰ੍ਹਾਂ ਵੀ ਔਰੰਗਜ਼ੇਬ ਨਾਲ ਮੇਲ ਨਹੀਂ ਕਰਨਾ ਚਾਹਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਫਿਰ ਵੀ ਰਾਮ ਰਾਏ ਈਰਖਾ ਕਰਦਾ ਰਿਹਾ। ਦਰਸ਼ਨ ਦੀਨ ਨਾ ਲੀਨ ਸੁਹੇਲਾ ਨਾ ਮਹਾਰਾਜ ਸਾਹਿਬ ਜੀ ਨੇ ਆਪਣੇ ਦਰਸ਼ਨ ਜਿਹੜੇ ਸੋਹਣੇ ਸਨ ਦਿੱਤੇ ਤੇ ਨਾ ਹੀ ਔਰੰਗੇ ਦੇ ਮੱਥੇ ਲੱਗੇ, ਉਹਦਾ ਦਰਸ਼ਨ ਕੀਤਾ ਨਹੀਂ ਪਾਪੀ ਦਾ। ਕਹੇ ਪਿਤਾ ਕੇ ਮਹਿ ਇਹ ਰਹੇ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਦੇ ਬਚਨ ਨੂੰ ਮੰਨਦੇ ਆ, ਉਹਨਾਂ ਦੀ ਆਗਿਆ ਵਿੱਚ ਰਹੇ। ਦੇਨੀ ਕਰਾਮਾਤ ਨ ਚਾਹੇ ਤੇ ਨਾ ਕਰਾਮਾਤ ਵਿਖਾਉਣ ਦੀ ਕੋਈ ਇੱਛਾ ਰੱਖੀ, ਸ਼ਕਤੀ ਵਿਖਾਈ ਨਹੀਂ ਸਤਿਗੁਰਾਂ ਨੇ। ਧੰਨ ਗੁਰੂ ਹਰਿਕ੍ਰਿਸ਼ਨ ਮਹਾਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਨ ਤੋਂ ਮਹਾਨ ਸਤਿਗੁਰੂ। ਧੀਰ ਗੰਭੀਰ ਅਭੀਰ ਸੁਜਾਨੇ ਜੋ ਧੀਰਜ ਧਾਰੀ ਨੇ, ਗੰਭੀਰ ਨੇ, ਸੁਜਾਨੇ ਸੁ ਭਲੀ ਤਰ੍ਹਾਂ ਅੰਦਰ ਦੀਆਂ ਜਾਣਨ ਵਾਲੇ ਮਹਾਨ ਹਨ। ਨਿਜ ਪ੍ਰਾਂਤੇ ਨਹਿ ਚਲੇ ਗੁਸਾਈ ਐਸੇ ਗਰੀਬ ਨਵਾਜ ਨੇ ਆਪਣੇ ਪ੍ਰਾਣ ਤੋਂ ਹੀ ਸਿੱਖ ਕਹਿੰਦੇ ਫਿਰੇ। ਜੋ ਪ੍ਰਾਣ ਮਹਾਰਾਜ ਨੇ ਕੀਤਾ ਉਹ ਪ੍ਰਾਣ ਆਪਣਾ ਅਖੀਰਲੇ ਸਵਾਸਾਂ ਤਾਈਂ ਨਿਭਾਇਆ ਹੈ, ਔਰੰਗੇ ਦੇ ਮੱਥੇ ਨਾ ਲੱਗਣ ਵਾਲਾ। ਨਹਿ ਮਿਲਵੇ ਕੀ ਲਖੀ ਬੜਾਈ ਔਰੰਗਜ਼ੇਬ ਦੇ ਨਾਲ ਮਿਲਣ ਵਿੱਚ ਕੋਈ ਵਡਿਆਈ ਨਹੀਂ ਜਾਣੀ ਸਤਿਗੁਰਾਂ ਨੇ ਵੀ ਉਹਦੇ ਨਾਲ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ। ਧਨ ਪੂਜਾ ਕੀ ਚਾਹ ਨ ਕੋਈ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪੂਜਾ ਕਰਾ ਕੇ ਧਨ ਇਕੱਠਾ ਕਰਨ ਦੀ ਕੋਈ ਚਾਹਨਾ ਹੈ। ਸਦਾ ਸਹਾਇਕ ਦਾਸਨ ਹੋਏ ਸਦਾ ਹੀ ਮਹਾਰਾਜ ਆਪਣੇ ਦਾਸਾਂ ਦੇ ਸਹਾਇਕ ਹੁੰਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਇਤਿਆਦਕ ਗੁਣ ਵਰਣਨ ਕਰੇ ਐਵੇਂ ਅਨੇਕਾਂ ਹੀ ਗੁਣ ਸਿੱਖ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਪਸ ਵਿੱਚ ਕਹਿ ਰਹੇ ਨੇ ਮਿਲ ਮਿਲ। ਸੀਲ ਸਰੂਪ ਮੇਰਾ ਦੁਲ ਸੁਭ ਧਰੇ ਵੀ ਮਹਾਰਾਜ ਦਾ ਸੀਲ ਸਰੂਪ ਸੀ, ਬਹੁਤ ਮਿਰਦੁਲ ਸੁਭਾਅ ਸੀ,
ਤੇ ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੇ ਸਨ ਬਾਲਾ ਪ੍ਰੀਤਮ। ਭਈ ਪੌਰਿਆ ਕੇ ਭੀਰ ਮਹਾਰਾਜ ਦੇ ਦਰ ਤੇ ਬਹੁਤ ਭੀੜ ਇਕੱਠੀ ਹੋ ਗਈ ਸੰਗਤਾਂ ਦੀ। ਅਜਹ ਬਿਲੋਚਨ ਤੇ ਸਿਖ ਨੀਰ ਸਿੱਖਾਂ ਦੇ ਨੇਤਰਾਂ ਚੋਂ ਪਾਣੀ ਵਹਿ ਰਿਹਾ ਹੈ ਵਿਰਾਗ ਅੰਦਰ। ਅੰਤਰ ਦਾਸੀ ਦਾਸ ਕਨੇਰੇ ਇਧਰ ਬਾਹਰ ਵੀ ਸੰਗਤ ਵਿਰਾਗ ਵਿੱਚ ਹੈ ਤੇ ਅੰਦਰ ਜਿੱਥੇ ਮਹਾਰਾਜ ਸਾਹਿਬ ਦਾ ਸਰੂਪ ਹੈ ਉੱਥੇ ਵੀ ਦਾਸ ਦਾਸੀਆਂ ਬਹੁਤ ਘਨੇਰੀ ਗਿਣਤੀ ਚ ਰੋਦਤ ਉਪਜ ਸੋਕ ਵਡੇਰੇ ਰੋ ਰਹੇ ਨੇ। ਬੜਾ ਸ਼ੋਕ ਵਿਰਾਗ ਪੈਦਾ ਹੋ ਰਿਹਾ ਹੈ ਉਹਨਾਂ ਦੇ ਅੰਦਰ। ਸੁਤ ਕੈ ਸਿਮਰ ਸਿਮਰ ਗੁਣ ਤੇ ਭਾਰੀ ਮਾਤਾ ਕਿਸ਼ਨ ਕੌਰ ਜੀ ਵੀ ਉੱਥੇ ਖਲੋਤੇ ਆਪਣੇ ਪੁੱਤਰ ਦੇ ਗੁਣ ਚੇਤੇ ਕਰ ਕਰਕੇ ਵੀ ਏਦਾਂ ਮੈਂ ਪਾਲਿਆ, ਏਦਾਂ ਖੜਾਇਆ, ਏਦਾਂ ਇਹਨਾਂ ਨਾਲ ਮੈਂ ਲਾੜ ਲੜਾਏ, ਉਹ ਚੇਤੇ ਕਰ ਕਰਕੇ ਦੁਖੀ ਹੋਤ ਅਤ ਸਹਿ ਮਹਿਤ ਭਾਰੀ ਮਾਂ ਬਹੁਤ ਦੁਖੀ ਹੁੰਦੀ ਹੈ ਆਪਣੇ ਪੁੱਤਰ ਸਤਿਗੁਰਾਂ ਦੇ ਵਿਛੋੜੇ 'ਚ। ਤਿਆਰੀ ਕਰਨ ਲਗੇ ਸੰਸਕਾਰਨ ਸੰਸਕਾਰ ਕਰਨ ਦੀ ਤਿਆਰੀ ਸੰਗਤ ਵੱਲੋਂ ਹੋਣ ਲੱਗ ਪਈ ਜਦੋਂ। ਨਿਕਟ ਸਥਲ ਸੁਭ ਕਰਿਓ ਨਿਹਾਰਨ ਨੇੜੇ ਹੀ ਬੜਾ ਸੋਹਣਾ ਥਾਂ ਹੈ ਜਿੱਥੇ ਹੁਣ ਬਾਲਾ ਸਾਹਿਬ ਗੁਰਦੁਆਰਾ ਜੀ ਦੇ ਬਾਰੇ ਮਹਾਰਾਜ ਪਹਿਲਾਂ ਹੀ ਦੱਸ ਗਏ ਸਨ। ਸਗਲ ਸਮਗਰੀ ਲੈ ਪਹੁੰਚਾਈ ਜੋ ਅੰਗੀਠਾ ਤਿਆਰ ਕਰਨਾ ਉਹ ਸਮਗਰੀ ਲੈ ਕੇ ਸਾਰੀ ਉੱਥੇ ਪਹੁੰਚਾ ਦਿੱਤੀ। ਸਾਹਿਬ ਪ੍ਰਤਿਖਤ ਜੈਪੁਰ ਰਾਈ ਇਧਰ ਜਦੋਂ ਤਿਆਰੀ ਹੋਣ ਲੱਗੀ ਹੈ ਤਾਂ ਮਿਰਜ਼ਾ ਰਾਜਾ ਜੈ ਸਿੰਘ ਔਰੰਗਜ਼ੇਬ ਦੀ ਉਡੀਕ ਕਰ ਰਿਹਾ ਵੀ ਕਦੋਂ ਉਹ ਆਵੇ ਤੇ ਫਿਰ ਅਸੀਂ ਸੰਸਕਾਰ ਕਰੀਏ। ਇਤਨੇ ਮੇ ਇੱਕ ਨਰ ਤਹਿ ਆਇਓ ਇਹਨੇ ਨੂੰ ਇੱਕ ਮਨੁੱਖ ਔਰੰਗਜ਼ੇਬ ਬਾਦਸ਼ਾਹ ਦਾ ਭੇਜਿਆ ਹੋਇਆ ਪਹੁੰਚ ਗਿਆ। ਨਿਰਪਸੋ ਸਕਲ ਬਰਤੰਤ ਸੁਣਾਇਓ ਆ ਕੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਸਾਰੀ ਗੱਲ ਉਸ ਦੂਤ ਨੇ ਦੱਸੀ ਹੈ। ਆਮਤ ਸਾਹੋ ਦੇਰ ਨ ਕੋਈ ਕਹਿਣ ਲੱਗੇ ਬਸ ਹੁਣ ਕੁਝ ਹੀ ਸਮਾਂ ਲੱਗੇਗਾ, ਔਰੰਗਜ਼ੇਬ ਆ ਹੀ ਰਿਹਾ ਹੈ, ਦੇਰ ਨਹੀਂ ਹੈ। ਉਹਨੇ ਕਿਹਾ ਵੀ ਮੇਰੇ ਤੁਸੀਂ ਆਪਣੀ ਤਿਆਰੀ ਰੱਖੋ, ਬਸ ਮੈਂ ਪਹੁੰਚਣ ਹੀ ਵਾਲਾ ਹਾਂ। ਅਸਵਾਰੇ ਡਿਗ ਪਹੁੰਚਨ ਹੋਈ ਸੋ ਇਸ ਤਰ੍ਹਾਂ ਉਸ ਬਾਦਸ਼ਾਹ ਔਰੰਗਜ਼ੇਬ ਦੇ ਆਉਣ ਦੀ ਜਿਹੜੀ ਖਬਰ ਹੈ ਉਹ ਦੂਤ ਨੇ ਆ ਕਰਕੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਦਿੱਤੀ ਆ ਵੀ ਜਦੋਂ ਮੈਂ ਤੁਰਿਆ ਹਾਂ ਉਦੋਂ ਬਾਦਸ਼ਾਹ ਤੁਰਨ ਲੱਗਾ ਸੀ, ਮੈਂ ਛੇਤੀ ਕਾਹਲੀ ਨਾ ਆ ਗਿਆ, ਉਹ ਬਸ ਸਵਾਰੀ ਵਿੱਚ ਬੈਠਾ ਸਹਿਜੇ ਸਹਿਜੇ ਪਹੁੰਚਣ ਹੀ ਵਾਲਾ ਹੈ। ਦੋਹਰਾ ਸਾਹੋ ਸਨਾਨ ਪ੍ਰਭਾਤ ਕਰ ਉਧਰ ਔਰੰਗਜ਼ੇਬ ਨੇ ਸਵੇਰ ਵੇਲੇ ਇਸ਼ਨਾਨ ਕੀਤਾ ਜਦੋਂ ਸੁਣਿਆ ਵੀ ਗੁਰੂ ਸਾਹਿਬ ਜੀ ਸੱਚਖੰਡ ਚਲੇ ਗਏ ਨੇ। ਕੋਸ਼ਿਸ਼ ਪਹਿਰ ਨਵੀਨ ਤੇ ਨਵੀਂ ਪੁਸ਼ਾਕ ਆਪਣੇ ਸਰੀਰ ਤੇ ਨੇ ਪਾ ਲਈ। ਦੇਖਣ ਚਲਿਓ ਚਿਤਵੰਤ ਚਿਤ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਤੇ ਚਿੱਤ ਵਿੱਚ ਸੋਚਦਾ ਹੈ ਦਰਸ਼ਨ ਗੁਰੂ ਪ੍ਰਵੀਨ ਤੇ ਪ੍ਰਵੀਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਮੈਂ ਅੰਤਮ ਦਰਸ਼ਨ ਕਰਾਂਗਾ। ਚਾਓ ਭਾਈ ਜਯਤ ਮੇਲ ਨਹਿ ਮੋਸੋ ਸੰਗ ਕਰਿਓ ਔਰੰਗਜ਼ੇਬ ਸੋਚਦਾ ਵੀ ਜਿਉਂਦਿਆਂ ਤਾਂ ਮਹਾਰਾਜ ਨਾਲ ਮੇਰੇ ਨਾਲ ਮੇਲ ਮਿਲਾਪ ਨਹੀਂ ਕੀਤਾ। ਕਹਿ ਬਹੁ ਰਹਿਓ ਅਦਕ ਹਠ ਧਰਿਓ ਮੈਂ ਅਨੇਕਾਂ ਵਾਰਾਂ ਮਿਲਣ ਵਾਸਤੇ ਕਿਹਾ ਪਰ ਉਹਨਾਂ ਨੇ ਬਹੁਤਾ ਹੱਠ ਧਾਰ ਕੇ ਹੀ ਰੱਖਿਆ ਵੀ ਅਸੀਂ ਮਿਲਣਾ ਹੀ ਨਹੀਂ ਹੈ ਬਾਦਸ਼ਾਹ ਦੇ ਨਾਲ। ਆਪਸ ਰੂਪ ਮੈਂ ਦੇਖੋ ਜਾਈ ਤੇ ਔਰੰਗਜ਼ੇਬ ਸੋਚਦਾ ਵੀ ਹੁਣ ਉਸ ਚੜ੍ਹਾਈ ਕਰ ਗਏ ਆ, ਮੈਂ ਉਹਨਾਂ ਦੇ ਸਰੀਰ ਦੇ ਸਰੂਪ ਦੇ ਦਰਸ਼ਨ ਵੇਖਾਂਗਾ ਜਾ ਕੇ। ਅਜਮਤ ਹੈ ਕਿ ਨਹੀਂ ਇਮਿਦ ਕਾਈ ਨਾ ਜਾ ਕੇ ਪਤਾ ਲੱਗੂ ਵੀ ਉਹਨਾਂ 'ਚ ਹੁਣ ਵੀ ਕੋਈ ਸ਼ਕਤੀ ਹੈ ਜਾਂ ਬਸ ਕਰਾਮਾਤ ਤੋਂ ਬਗੈਰ ਹੀ ਹਨ। ਇਮ ਵਿਚਾਰਤ ਦੂਰ ਨੇ ਆਇਓ ਇਦਾਂ ਸੋਚਾਂ ਸੋਚਦਿਆਂ ਬੜੀ ਛੇਤੀ ਨਾਲ ਔਰੰਗਜ਼ੇਬ ਬਾਦਸ਼ਾਹ ਆ ਗਿਆ। ਭੀੜ ਸੈਂਕੜੇ ਨਰ ਕੀ ਲਿਆਇਓ ਸੈਂਕੜੇ ਦੀ ਗਿਣਤੀ 'ਚ ਮਨੁੱਖ ਭੀੜ ਦੇ ਸਹਿਤੇ ਦੇ ਨਾਲ ਹੀ ਆ ਰਹੇ ਹਨ। ਢੇਰ ਹੇਤ ਹਜ਼ਾਰੋਂ ਆਵੇ ਹੋਰ ਦਿੱਲੀ ਵਿੱਚੋਂ ਵੇਖਣ ਵਾਸਤੇ ਮਹਾਰਾਜ ਨੂੰ ਹਜ਼ਾਰਾਂ ਹੀ ਲੋਕ ਪਹੁੰਚ ਰਹੇ ਨੇ। ਸਾਹਿਬ ਬਿਸਾਰੀ ਚਲ ਉਤਲਾਵੇ ਸੈਂਕੜਿਆਂ ਦੀ ਗਿਣਤੀ 'ਚ ਬਾਦਸ਼ਾਹ ਨੇ ਸਰਕਾਰੀ ਕਰਮਚਾਰੀ ਲਿਆਂਦੇ ਨੇ। ਇਹ ਜਿਉਂ-ਜਿਉਂ ਇਹਨਾਂ ਦੇ ਆਉਣ ਦਾ ਪਤਾ ਲੱਗਾ ਤੇ ਨਗਰ ਦੇ ਲੋਕ ਵੀ ਮਗਰ ਇਕੱਠੇ ਹੁੰਦੇ ਗਏ। ਹੁੰਦਿਆਂ ਹਜ਼ਾਰਾਂ ਦੀ ਲੰਮੀ ਭੀੜ ਲੱਗ ਗਈ। ਅੱਗੇ ਔਰੰਗਜ਼ੇਬ ਜਾ ਰਿਹਾ, ਪਿੱਛੇ ਸ਼ਹਿਰ ਦੇ ਲੋਕ ਇਹਦੇ ਤੁਰਵੇ ਜਾ ਰਹੇ ਹਨ। ਆਏ ਪੌਰ ਪਰ ਉਤਰਿਓ ਤਬ ਆ ਜਦੋਂ ਬਾਹਰਲੇ ਦਰਵਾਜ਼ੇ ਤੇ ਮਹਾਰਾਜ ਸਾਹਿਬ ਦੇ ਡੇਰੇ ਤੇ ਪਹੁੰਚ ਗਿਆ ਤੇ ਉੱਥੇ ਉਤਰ ਆਇਆ। ਦੇਖਤ ਉਠੇ ਆਦ ਨਿਰਪਸਦ ਹੂੰ ਜਦੋਂ ਔਰੰਗਜ਼ੇਬ ਆਪਣੀ ਸਵਾਰੀ ਤੋਂ ਹੇਠਾਂ ਉਤਰਿਆ, ਜੈ ਸਿੰਘ ਰਾਜਾ ਤੇ ਹੋਰ ਜਿਹੜੇ ਕੁਝ ਮਨੁੱਖ ਸਨ ਵੇਖ ਕੇ ਉੱਠੇ ਬਾਦਸ਼ਾਹ ਨੂੰ। ਨਮਰ ਹੈ ਸਨਮਾਨ ਕਰਨ ਤੇ ਨਿਮਰ ਹੋ ਕਰਕੇ ਬਾਦਸ਼ਾਹ ਹੈ
ਝੋਕੇ ਸਨਮਾਨ ਕਰਨ ਲੱਗੇ। ਭਈ ਭੀੜ ਬਹੁ ਕੋ ਹਟ ਕੰਤੇ। ਬਹੁਤ ਸੰਗਤ ਦੀ ਭੀੜ ਹੋਈ ਸੀ ਤੇ ਬਾਦਸ਼ਾਹ ਨੂੰ ਅੱਗੇ ਜਾਣ 'ਚ ਕੋਈ ਮੁਸ਼ਕਲ ਨਾ ਆਵੇ, ਪਿੱਛੇ ਹਟਾਉਂਦੇ ਨੇ, ਲਾਂਭੇ ਕਰਦੇ ਹਨ ਲੋਕਾਂ ਨੂੰ। ਜੈ ਸਿੰਘ ਸੰਗ ਬੂਝ ਬਰਤੰਤਾ। ਜੈ ਸਿੰਘ ਰਾਜੇ ਨੂੰ ਔਰੰਗਜ਼ੇਬ ਪੁੱਛਣ ਲੱਗਾ ਸਾਰਾ ਬਿਰਤਾਂਤ। ਅੰਤਰ ਭਰਿਓ ਬਿਖਨ ਉਮਕੰਤਾ। ਤੇ ਬੜੀ ਸਾਧ ਸੰਗਤ ਕਾਹਲੀ ਦੇ ਨਾਲ ਵੇਖਣਾ ਚਾਹੁੰਦਾ ਹੈ ਤੇ ਵੇਖਣ ਦੀ ਚਾਹਨਾ ਲੈ ਕੇ ਮਹਾਰਾਜ ਦੇ ਤੰਬੂ ਜੀ ਔਰੰਗਜ਼ੇਬ ਪ੍ਰਵੇਸ਼ ਕਰ ਗਿਆ। ਹਿਰਦੇ ਮਨੋਰਥ ਕੋ ਇਮ ਕਰਿਓ। ਆਪਣੇ ਦਿਲ ਵਿੱਚ ਇਹਨੇ ਇਸ ਤਰ੍ਹਾਂ ਦਾ ਔਰੰਗਜ਼ੇਬ ਨੇ ਮਨੋਰਥ ਠਾਨਿਆ ਕੀਤਾ। ਨਹ ਮਿਲਵੇ ਕੋ ਹਟ ਬਹੁ ਧਰਿਓ। ਕਹਿਣ ਲੱਗਾ ਜਿੰਨਾ ਚਿਰ ਮਹਾਰਾਜ ਜਿਉਂਦੇ ਰਹੇ ਆ ਮੇਰੇ ਨਾਲ ਮਿਲਣਾ ਨਹੀਂ ਆ। ਇਹ ਹੱਠ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਧਾਰਨ ਕਰਕੇ ਰੱਖਿਆ। ਸਿੱਖਿਆ ਦੀਨਸ ਬੜੇ ਹਮਾਰੇ। ਇਹੀ ਕਹਿੰਦੇ ਰਹੇ ਵੀ ਸਾਡੇ ਵੱਡੇ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਹੈ ਵੀ ਮਿਲਣਾ ਨਹੀਂ ਬਾਦਸ਼ਾਹ ਨਾਲ। ਸੋ ਹਮ ਨੇਮ ਨਿਭਾਇਓ ਸਾਰੇ। ਤੇ ਸੋ ਹਮ ਨੇਮ ਨਿਭਾਇਓ ਸਾਰੇ। ਤੇ ਉਹ ਅਸੀਂ ਆਪਣੇ ਨੇਮ ਨਿਭਾਉਣਾ ਚਾਹੁੰਦੇ ਆ, ਪ੍ਰਣ ਨਿਭਾਉਣਾ ਚਾਹੁੰਦੇ ਆ। ਬਾਦਸ਼ਾਹ ਕਹਿੰਦਾ ਇਦਾਂ ਹੀ ਮੈਨੂੰ ਗੁਰੂ ਸਾਹਿਬ ਵੱਲੋਂ ਸੁਣਨ ਨੂੰ ਮਿਲਦਾ ਰਿਹਾ। ਜੀਵਤ ਜਾਵਤ ਤਾਵਤ ਰਹਿਓ। ਜਿੰਨਾ ਚਿਰ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਉਂਦੇ ਰਹੇ ਉਹਨਾਂ ਚਿਰ ਤਾਂ ਉਹਨਾਂ ਨੇ ਆਪਣਾ ਨੇਮ ਨਿਭਾ ਲਿਆ। ਆਪ ਸੋ ਮਿਟੇ ਦਰਸ਼ਨ ਕੋ ਲਹਿਓ। ਪਰ ਬਾਦਸ਼ਾਹ ਇਹ ਸੋਚ ਕੇ ਅੰਦਰ ਵੜਿਆ, ਕਹਿੰਦਾ ਹੁਣ ਕਿਵੇਂ ਨੇਮ ਨਿਭਾ ਲੈਣਗੇ, ਹੁਣ ਤਾਂ ਮੈਂ ਦਰਸ਼ਨ ਕਰ ਲੂੰਗਾ, ਉਹਨਾਂ ਦਾ ਨੇਮ ਕਿਵੇਂ ਰਹੇਗਾ ਮਹਾਰਾਜ ਸਾਹਿਬ ਦਾ ਵੀ ਜਿਹੜੇ ਦਰਸ਼ਨ ਨਹੀਂ ਦੇਣੇ ਮੈਨੂੰ। ਇਸ ਉਪਾਏ ਤਾਂ ਨੇਮ ਨਾ ਰਹੇ। ਹੁਣ ਕੋਈ ਵੀ ਹੀਲਾ ਵਸੀਲਾ ਨਹੀਂ ਹੋ ਸਕਦਾ ਜਿਹਦੇ ਨਾਲ ਮੇਰੇ ਮੱਥੇ ਨਾ ਲੱਗਣਾ ਜਾਂ ਮੈਨੂੰ ਦਰਸ਼ਨ ਦੇਣ ਦਾ ਪ੍ਰਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਰਹਿ ਸਕੇ। ਪਿਤਾ ਸਿੱਖ ਕਿਓ ਜਿਸ ਵਿਦ ਕਹੇ। ਜਿਸ ਕਰਕੇ ਕਹਿੰਦੇ ਰਹੇ ਵੀ ਸਾਡੇ ਪਿਤਾ ਦੀ ਸਿੱਖਿਆ ਹੈ ਵੀ ਅਸੀਂ ਬਾਦਸ਼ਾਹ ਨਾਲ ਨਾ ਮਿਲਣਾ ਹੈ ਨਾ ਕੋਈ ਵਾਰਤਾ ਕਰਨੀ ਹੈ। ਔਰੰਗਜ਼ੇਬ ਸੋਚਦਾ ਵੀ ਜਿਉਂਦੇ ਜੀ ਤਾਂ ਚਲੋ ਨੇਮ ਨਿਭਾ ਗਏ, ਪਰ ਹੁਣ ਤਾਂ ਮੈਂ ਦਰਸ਼ਨ ਕਰਾਂਗਾ ਉਹਨਾਂ ਦੇ ਜਾ ਕੇ, ਤੇ ਇਹਨਾਂ ਦਾ ਫਿਰ ਪ੍ਰਾਣ ਕਿਵੇਂ ਰਹੂਗਾ ਜਿਵੇਂ ਕਹਿੰਦੇ ਵੀ ਸਾਡੇ ਸਤਿਗੁਰਾਂ ਦਾ ਪਿਤਾ ਦਾ ਹੁਕਮ ਹੈ। ਯਾ ਅਜਮਤ ਕੋ ਕਰੇ ਦਿਖਾਵਨ। ਤੇ ਜਾਂ ਸੋਚਦਾ ਵੀ ਹੁਣ ਵੀ ਕੋਈ ਸ਼ਕਤੀ ਵਿਖਾਉਣਗੇ ਮੇਰੇ ਤਾਈਂ, ਦੇਖ ਲਓ ਮੈਂ ਦਰਸ਼ਨ ਪਾਵਨ। ਤੇ ਜਾਂ ਫਿਰ ਮਹਾਰਾਜ ਦੇ ਮੈਂ ਪਵਿੱਤਰ ਦਰਸ਼ਨ ਹੁਣ ਅਖੀਰ ਨੂੰ ਵੇਖ ਹੀ ਲਵਾਂਗਾ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਲਈ ਚਾਹੁੰਦਾ ਰਿਹਾ ਮੈਂ। ਹਿਮ ਚਿਤਵਤ ਸਭ ਲੋਕ ਹਟਾਏ। ਇਸ ਤਰ੍ਹਾਂ ਸੋਚਦੇ ਆ ਬਾਦਸ਼ਾਹ ਨੇ ਇਸ਼ਾਰਾ ਕੀਤਾ, ਰਾਜੇ ਜੈ ਸਿੰਘ ਨੇ ਆਪਣੇ ਬੰਦੇ ਲਾ ਕੇ ਸਭ ਲੋਕ ਸੰਗਤ ਦੇ ਪਾਸੇ ਹਟਾ ਦਿੱਤੇ। ਏਕਲ ਪ੍ਰਵੇਸ਼ ਅੰਤਰ ਜਾਏ। ਇਕੱਲਾ ਹੀ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਗੁਰੂ ਸਾਹਿਬ ਜੀ ਦੇ ਤੰਬੂ ਵਿੱਚ ਜਾ ਪਹੁੰਚਿਆ। ਮਾਤ ਆਦ ਦਾਸੀ ਗਣਦਾਸ। ਮਾਤਾ ਕ੍ਰਿਸ਼ਨ ਕੌਰ ਜੀ ਹੋਰ ਸੇਵਕ ਦਾਸ ਜਿਹੜੇ ਉੱਥੇ ਖਲੋਤੇ ਸਨ ਮਹਾਰਾਜ ਦੇ ਸਰੂਪ ਦੇ ਨੇੜੇ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਬਾਦਸ਼ਾਹ ਅੰਦਰ ਆਉਣ ਲੱਗਾ ਹੈ, ਉਹ ਉਸੇ ਵੇਲੇ ਹੀ ਤਤ ਸਿਨ ਪਰਵੇਸ਼ ਸੇ ਅਪਰ ਆਵਾਸ। ਹੋਰ ਘਰ ਦੇ ਵਿੱਚ ਹੋਰ ਤੰਬੂ 'ਚ ਝਾਟੀ ਉਥੋਂ ਨਿਕਲ ਕੇ ਪ੍ਰਵੇਸ਼ ਕਰ ਗਏ ਵੀ ਅਸੀਂ ਔਰੰਗੇ ਦੇ ਲਾਗੇ ਖਲੋਣਾ ਵੀ ਨਹੀਂ ਹੈ। ਹਰੇ ਰਹਿ ਇੱਕ ਸੇਵਕ ਤੀਰ। ਬਸ ਇੱਕ ਸੇਵਕ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲ ਖਲੋਤਾ ਰਿਹਾ। ਹੁਸਨ ਤਜਦ ਬਿਲੋਚਨ ਨੀਰ। ਉਹਨੇ ਵੀ ਚੁੱਪ ਧਾਰੀ ਹੈ ਤੇ ਨੇਤਰਾਂ 'ਚੋਂ ਪਾਣੀ ਵਹਿ ਰਿਹਾ ਏ। ਨਹੀਂ ਹਟਾਏ ਸਕੇ ਤਬ ਕੋਏ। ਐ ਸਾਰੇ ਸੋਚ ਰਹੇ ਆ ਵੀ ਇਹਨੂੰ ਮਹਾਰਾਜ ਮਿਲਣਾ ਨਹੀਂ ਸੀ ਚਾਹੁੰਦੇ, ਅਸੀਂ ਇਹਨੂੰ ਰੋਕ ਦਈਏ, ਹਟਾ ਦਈਏ, ਪਰ ਕਿਸੇ ਕੋ ਔਰੰਗਜ਼ੇਬ ਹਟਾਇਆ ਨਾ ਗਿਆ। ਦੁਰਗੇਸਰ ਦਿੱਲੀ ਪਤ ਜੋਏ। ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਔਰੰਗਜ਼ੇਬ, ਉਹ ਮੱਲੋ ਮੱਲੀ ਅੰਦਰ ਆ ਗਿਆ। ਜਨਨੀ ਮਨ ਮੇ ਕੁਸਕ ਵਿਚਾਰੇ। ਮਾਤਾ ਕ੍ਰਿਸ਼ਨ ਕੌਰ ਜੀ ਨੇ ਕੁਝ ਵਿਚਾਰ ਕੀਤੀ ਸੀ ਵੀ ਬਾਦਸ਼ਾਹ ਨੂੰ ਮੈਂ ਰੋਕਾਂ ਜਾ ਕੇ, ਸਮਰੱਥ ਭਈ ਹਟਕਾਰੇ। ਪਰ ਮਾਤਾ ਜੀ ਵੀ ਰੋਕਣ ਦੇ ਲਈ ਸਮਰੱਥ ਨਾ ਹੋ ਸਕੇ। ਉਹਨੇ ਚਿਰ ਨੂੰ ਔਰੰਗਜ਼ੇਬ ਅੰਦਰ ਹੀ ਪਹੁੰਚ ਗਿਆ। ਤਦ ਸਿਨ ਆਏ ਬਿਲੋਕਨ ਕਰੇ। ਝਾਟੀਏ ਨੇ ਆ ਕਰਕੇ ਅੰਦਰ ਮਹਾਰਾਜ ਸਾਹਿਬ ਦੇ ਸਰੂਪ ਤੇ ਚਾਦਰਾ ਪਿਆ ਹੋਇਆ ਵੇਖਿਆ। ਬਸਤਰ ਅਸਾਦਤ ਤਨ ਪਰ ਪਰੇ। ਕੀ ਵੇਖਦਾ ਔਰੰਗਜ਼ੇਬ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਥੱਲੇ ਬਿਰਾਜਮਾਨ ਨੇ ਤੇ ਸਾਰਾ ਸਰੀਰ ਬਸਤਰ ਨਾਲ ਢੱਕਿਆ ਹੋਇਆ ਏ। ਹਾਂਡੋ ਭਇਓ ਜਾਏ ਢਿਗ ਸਾਹੂ। ਔਰੰਗਜ਼ੇਬ ਮਹਾਰਾਜ ਦੇ ਸਰੂਪ ਦੇ ਨੇੜੇ ਜਾ ਕੇ ਖਲੋ ਗਿਆ। ਵੇਖੋ ਬਦਨ ਇਮ ਠੱਟ
ਮਨ ਮਾਹੂ। ਮਨ ਵਿੱਚ ਇਹ ਨਿਰਣਾ ਨਿਸ਼ਚਾ ਕੀਤਾ ਵੀ ਮੈਂ ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕਰਾਂ ਹੁਣ। ਕਹੇ ਉਦਾਸ ਸੋ ਨਿਕਟ ਜੇ ਠਾਡੋ। ਜਿਹੜਾ ਸੇਵਕ ਨੇੜੇ ਖਲੋਤਾ ਸੀ ਮਹਾਰਾਜ ਦੇ, ਉਹਨੂੰ ਬਾਦਸ਼ਾਹ ਨੇ ਕਿਹਾ, ਬਸਤਰ ਟਾਰ ਇਨ ਕੋ ਮੁਖ ਕਾਢੋ। ਕਹਿੰਦਾ ਵੀ ਆ ਕੱਪੜਾ ਪਰੇ ਹਟਾ ਕੇ ਇਹਨਾਂ ਦਾ ਮੁਖ ਸਾਹਮਣੇ ਕਰ, ਦਰਸ਼ਨ ਕਰਾ ਮੈਨੂੰ। ਮੁਝ ਕੋ ਦਰਸ਼ਨ ਦੇ ਕਰਾਈ। ਮੈਨੂੰ ਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨ ਕਰਵਾ ਦੇ। ਆਇਓ ਇਸ ਕਾਰਨ ਉਤਲਾਈ। ਮਹਾਰਾਜ ਦੇ ਦਰਸ਼ਨ ਕਰਨ ਮੈਂ ਬੜੀ ਛੇਤੀ ਨਾ ਆਇਆ ਆਪਣੇ ਮਹਿਲਾਂ ਚੋਂ। ਸੁਨ ਸੇਵਕ ਅਵਰੰਗ ਟਿਕ ਹਵੈ ਕੈ। ਇਸ ਤਰ੍ਹਾਂ ਸੇਵਕ ਨੇ ਜਦੋਂ ਔਰੰਗਜ਼ੇਬ ਨੇੜੇ ਹੋਇਆ ਤੇ ਇਹਦੀ ਗੱਲ ਸੁਣੀ ਬਾਦਸ਼ਾਹ ਦੀ। ਬਸਤਰ ਗਇਓ ਕਰ ਬੰਧਨ ਕੈ ਕੈ। ਮਹਾਰਾਜ ਨੂੰ ਨਮਸਕਾਰ ਕਰਕੇ ਦੇਲੀ ਦਿਲ ਮਹਾਰਾਜ ਕੋ ਮਾਫੀ ਮੰਗਦੇ ਆ ਵੀ ਸਤਿਗੁਰੂ ਮੈਂ ਪਾਪ ਕਰਨ ਲੱਗਾ, ਤੁਸੀਂ ਇਹਨੂੰ ਦਰਸ਼ਨ ਦੇਣੇ ਨਹੀਂ ਸੀ ਚਾਹੁੰਦੇ, ਪਰ ਮੈਂ ਮਜਬੂਰੀ ਵਸ ਹੁਣ ਇਹ ਕੱਪੜਾ ਲਾ ਕੇ ਇਹਨੂੰ ਤੁਹਾਡਾ ਚਿਹਰਾ ਵਿਖਾਉਣ ਲੱਗਾ ਹਾਂ। ਜਬ ਉੱਚੋ ਕਰ ਲਗਿਓ ਦਿਖਾਵਨ। ਸਿੱਖ ਨੇ ਤਾਂ ਇਸ ਭਾਵਨਾ ਦੇ ਨਾਲ ਮਹਾਰਾਜ ਨੂੰ ਨਮਸਕਾਰ ਕੀਤੀ। ਜਦੋਂ ਚਿਹਰੇ ਤੋਂ ਚਾਦਰਾ ਹਟਾ ਕੇ ਉੱਚਾ ਕਰਕੇ ਮਹਾਰਾਜ ਦਾ ਮੁਖ ਔਰੰਗਜ਼ੇਬ ਨੂੰ ਵਿਖਾਉਣ ਲੱਗਾ। ਇਸ ਤੇ ਕਰਿਓ ਨਾ ਜਾਏ ਹਟਾਵਨ। ਤੇ ਕਿਸੇ ਕੋਲੋਂ ਵੀ ਔਰੰਗਜ਼ੇਬ ਹਟਾਇਆ ਨਾ ਗਿਆ, ਰੋਕਿਆ ਨਾ ਗਿਆ ਵੀ ਇਹਨੂੰ ਮਹਾਰਾਜ ਸਾਹਿਬ ਦੇ ਦਰਸ਼ਨ ਅਸੀਂ ਨਾ ਕਰਨ ਦਈਏ। ਜਬ ਔਰੰਗ ਤਿਤ ਦ੍ਰਿਸ਼ਟ ਲਗਾਈ। ਸੇਵਕ ਨੇ ਬਸਤਰ ਮਹਾਰਾਜ ਦੇ ਚਿਹਰੇ ਤੋਂ ਚੁੱਕ ਦਿੱਤਾ, ਹੱਥ ਦੇ ਵਿੱਚ ਹੀ ਫੜੇ ਹੀ ਰੱਖਿਆ। ਤੇ ਪਰ ਜਦੋਂ ਇਧਰ ਔਰੰਗਜ਼ੇਬ ਨੇ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਲਈ ਆਪਣੀ ਦ੍ਰਿਸ਼ਟੀ ਉਧਰ ਨੂੰ ਕੀਤੀ, ਬਾਦਸ਼ਾਹ ਨੇ ਧਰਾ ਦਰਜ ਦੀਰਜ ਲਖ ਪਾਈ। ਇੱਕਦਮ ਸਾਧ ਸੰਗਤ ਕੀ ਕੌਤਕ ਵਰਤਿਆ ਵੀ ਇਹਨੂੰ ਇਉਂ ਲੱਗਾ ਵੀ ਸਾਹਮਣੇ ਧਰਤੀ 'ਚ ਵੱਡੀ ਦਰਾਰ ਆਈ ਹੈ, ਬਹੁਤ ਵੱਡਾ ਧਰਤੀ 'ਚ ਪਾੜ ਪਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਦੇ ਸਰੂਪ ਦੇ ਦਰਸ਼ਨ ਨਹੀਂ ਪਾਪੀ ਔਰੰਗੇ ਨੂੰ ਹੋਏ। ਕੱਪੜਾ ਚੁੱਕਿਆ ਸੇਵਕ ਨੇ, ਤਾਂ ਕੱਪੜਾ ਚੁੱਕ ਕੇ ਜਦੋਂ ਔਰੰਗਜ਼ੇਬ ਵੇਖਣ ਲੱਗਾ ਤੇ ਇਉਂ ਵੇਖਦਾ ਵੀ ਬਹੁਤ ਡੂੰਘੀ ਖਾਈ ਹੈ ਤੇ ਬਹੁਤ ਭਾਰੀ ਧਰਤੀ ਦੇ ਵਿੱਚ ਦਰਾਰ ਆਈ ਪਈ ਹੈ। ਸਤਿਗੁਰ ਦੇਹ ਨਹੀਂ ਦ੍ਰਿਸ਼ਟਾਵੇ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਦੇਹੀ ਨਹੀਂ ਇਹਦੀ ਦ੍ਰਿਸ਼ਟੀ ਵਿੱਚ ਆਈ, ਮਹਾਰਾਜ ਦਾ ਸਰੂਪ ਨਹੀਂ ਇਹਨੂੰ ਦਿਖਿਆ। ਦੇਹ ਦਰਜ ਮੈਂ ਦ੍ਰਿਸ਼ਟ ਚਲਾਵੇ। ਤੇ ਵੇਖ ਰਿਹਾ ਹੈ ਵੀ ਬਹੁਤ ਧਰਤੀ ਦੇ ਵਿੱਚ ਦਰਾਜ ਵੱਡੀ ਪਈ ਹੋਈ ਹੈ, ਬਹੁਤ ਵੱਡਾ ਪਾੜ ਪਿਆ ਹੋਇਆ, ਧਰਤੀ ਫਟ ਗਈ ਹੈ ਜਿਵੇਂ। ਕਹਾਂ ਭਿਆਨਕ ਅਤਕਸ਼ ਦੇਖਾ। ਤੇ ਜਦੋਂ ਧਰਤੀ ਫਟੀ ਹੋਈ ਵੇਖੀ ਹੈ ਤੇ ਕੋਈ ਬਹੁਤਾ ਭਿਆਨਕ ਉਹਦੇ ਵਿੱਚੋਂ ਕੌਤਕ ਇਸ ਔਰੰਗਜ਼ੇਬ ਨੇ ਵੇਖਿਆ ਹੈ। ਦੇਖਤ ਉਪਜਿਆ ਕੰਪ ਵਸੇਖਾ। ਵੇਖਦਿਆਂ ਸਾਰੇ ਦੇ ਸਰੀਰ ਨੂੰ ਕੰਬਣੀ ਉਸ ਛਿੜ ਗਈ, ਸਰੀਰ ਕੰਬ ਗਿਆ ਬਾਦਸ਼ਾਹ ਦਾ। ਦੰਤ ਗਏ ਮਿਲ ਕਹਿਓ ਨਾ ਜਾਈ। ਦੰਦਾਂ ਨੂੰ ਦੰਦਲ ਹੀ ਪੈ ਗਈ, ਬੋਲਿਆ ਹੀ ਨਹੀਂ ਗਿਆ, ਦੰਦ ਜੁੜ ਗਏ ਔਰੰਗਜ਼ੇਬ ਦੇ। ਭਇਓ ਸਥੰਭ ਅਚਲ ਕੀ ਨਿਆਈ। ਕਹਿੰਦੇ ਜਿਵੇਂ ਕੋਈ ਥੰਮੀ ਗੱਡੀ ਹੁੰਦੀ ਆ ਨਾ, ਵੇਖ ਕਰਕੇ ਕੁਝ ਭਿਆਨਕ ਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵਿਖਾ ਦਿੱਤਾ। ਕੰਬੀ ਜਾਂਦਾ ਹੈ, ਦੰਦਾਂ ਨਾਲ ਜੁੜ ਗਏ ਨੇ, ਕੁਝ ਬੋਲਿਆ ਨਹੀਂ ਜਾਂਦਾ, ਥੰਮੇ ਦੇ ਵਾਂਗ ਇੱਕ ਥਾਂ ਤੇ ਪੱਥਰੀ ਹੋ ਗਿਆ। ਜੜੀ ਭੂਤ ਐਸੇ ਹੋਏ ਗਇਓ। ਕਹਿੰਦੇ ਵੀ ਇਸ ਤਰ੍ਹਾਂ ਜੜੀ ਭੂਤ ਹੋ ਗਿਆ, ਭਾਵ ਇੱਕ ਥਾਂ ਤੇ ਬਿਲਕੁਲ ਹੀ ਇਹ ਪੱਥਰ ਦੀ ਨਿਆਈ ਹੋ ਗਿਆ, ਜਿਵੇਂ ਬਰਫ਼ ਜੰਮੀ ਹੋਵੇ ਇਸ ਤਰ੍ਹਾਂ ਹੀ ਹੋ ਗਿਆ ਔਰੰਗਜ਼ੇਬ। ਇੰਦਰੇ ਗਨ ਸਰੀਰ ਥਿਰ ਭਇਓ। ਸਾਰਾ ਸਰੀਰ ਅੰਗ ਪੈਰ ਸਭ ਹਿੱਲਣ ਤੋਂ ਰਹਿਤ ਹੋ ਗਏ, ਇੰਦਰੇ ਵੀ ਰੁਕ ਗਏ ਬਾਦਸ਼ਾਹ ਦੇ। ਆਏ ਘੁਮੇਰੀ ਗਿਰਬੇ ਚਾਹੀ। ਇਹਨੂੰ ਘੁਮੇਰੀ ਜੀ ਆਈ ਹੈ, ਚੱਕਰ ਜਿਹਾ ਆਇਆ ਤੇ ਡਿੱਗਣਾ ਚਾਹੁੰਦਾ ਹੈ ਇੱਕ ਪਾਸੇ ਨੂੰ। ਬਹਿਬਲ ਹੋਤ ਜਾਤ ਸੁਧ ਨਾਹੀ। ਸਰੀਰ ਵੀ ਬੇਬਲ ਹੋ ਗਿਆ ਹੈ ਤੇ ਸਰੀਰ ਦੀ ਖਬਰ ਵੀ ਔਰੰਗਜ਼ੇਬ ਨੂੰ ਕੋਈ ਨਾ ਰਹੀ। ਬਿਖਰੇ ਜਾਏ ਅੰਗ ਬਰਿਆਈ। ਮੱਲੋ ਮੱਲੀ ਜੋਰੋ ਜੋਰੀ ਜਿਹੜੇ ਇਹਦੇ ਅੰਗ ਹਨ ਉਹ ਬਿਖਰ ਰਹੇ ਨੇ, ਭਾਵ ਕਿ ਸਰੀਰ ਸਾਰਾ ਢਲਕ ਜੇ ਗਿਆ ਇੱਕਦਮ। ਅਦਕ ਤਰਾਸਤੇ ਥਿਰਿਓ ਨਾ ਜਾਈ। ਇੰਨਾ ਡਰ ਗਿਆ ਔਰੰਗਜ਼ੇਬ ਕਿ ਪੈਰਾਂ ਭਾਰ ਇਹਦੇ ਕੋ ਖਲੋਤਾ ਨਹੀਂ ਗਿਆ, ਦੀਆਂ ਲੱਤਾਂ ਨਹੀਂ ਭਾਰ ਚੱਲ ਰਹੀਆਂ। ਸਤਿਗੁਰੂ ਦੀ ਪਰਖ ਲੈਣ ਆਏ ਕੋਲੋਂ ਬਾਹੋ ਏਕ ਕੀ ਬਾਰ ਪਸਾਰੀ। ਬਸ ਇੰਨਾ ਕਿ ਇਹਨੂੰ ਖਬਰ ਹੈ ਵੀ ਜਿਹੜੀ ਇੱਕ ਪਾਸੇ ਦੀ ਬਾਹੋਂ ਹੈ ਨਾ, ਬਾਹੋਂ ਏਕ ਹੀ ਬਾਰ ਪਸਾਰੀ, ਵੀ ਇੱਕੇ ਵਾਰ ਆਪਣੀ ਬਾਹ ਜਿਹੜੀ ਪਸਾਰਨਾ ਕੀਤੀ। ਠੇਕਕ ਦਾਸ ਗੁਰ ਤਿਸ ਪਰ ਡਾਰੀ। ਤੇ ਜਿਹੜਾ ਸੇਵਕ ਉੱਥੇ ਨੇੜੇ ਖਲੋਤਾ ਸੀ ਨਾ, ਜਿਵੇਂ ਕਿਸੇ ਨੂੰ ਚੱਕਰ ਆਵੇ, ਡਿੱਗਣ ਲੱਗੇ ਤੇ ਨੇੜੇ ਕੋਈ ਹੋਵੇ, ਆਸਰਾ ਤੱਕਦਾ ਨਾ, ਹੱਥ ਰੱਖਦਾ, ਐਵੇਂ ਔਰੰਗਜ਼ੇਬ ਦਾ ਸਰੀਰ ਡਿੱਗਣ ਹੀ ਲੱਗਾ।
ਤਾਂ ਜਿਹੜਾ ਨੇੜੇ ਸੇਵਕ ਕੱਪੜਾ ਚੁੱਕ ਕੇ ਦਰਸ਼ਨ ਕਰਾਉਣ ਲੱਗਾ ਸੀ, ਇਹਨੇ ਆਪਣਾ ਸਹਾਰਾ ਲੈਣ ਦੇ ਲਈ ਔਰੰਗਜ਼ੇਬ ਨੇ ਆਪਣੀ ਬਾਂਹ ਉਹਦੇ ਮੋਢੇ ਤੇ ਰੱਖੀ। ਭਰਿਓ ਭਾਰ ਸੁਟਿਓ ਪਟ ਤੇ ਕਰਤੇ। ਜਦੋਂ ਬਾਦਸ਼ਾਹ ਦਾ ਭਾਰ ਉਸ ਸੇਵਕ ਦੇ ਸਰੀਰ ਤੇ ਇੱਕਦਮ ਬਹੁਤਾ ਪਿਆ, ਉਹ ਔਰੰਗਜ਼ੇਬ ਨੂੰ ਸੰਭਾਲਣ ਲੱਗਾ ਤੇ ਜਿਹੜੇ ਹੱਥ ਨਾਲ ਕੱਪੜਾ ਤਾਂ ਚੁੱਕਿਆ ਸੀ ਮਹਾਰਾਜ ਦੇ ਚਿਹਰੇ ਤੋਂ, ਉਹ ਕੱਪੜਾ ਆਪਣੇ ਆਪ ਹੀ ਛੁੱਟ ਕੇ ਗੁਰੂ ਸਾਹਿਬ ਦੇ ਚਿਹਰੇ ਤੇ ਪੈ ਗਿਆ ਜਾ ਕੇ। ਹੋਏ ਸਹ ਦਿਸ ਗਿਰਤ ਸੰਭਰਤੇ। ਤੇ ਉਸ ਪਾਸਿਓਂ ਹਟ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਡਿੱਗਦੇ ਨੂੰ ਸੰਭਾਲਣ ਵਾਲ ਸੇਵਕ ਨੇ ਆਪਣਾ ਸਾਰਾ ਜ਼ੋਰ ਲਾ ਦਿੱਤਾ। ਸਾਧਿਓ ਸਤਿਗੁਰ ਕੋ ਤਨ ਜਪੇ। ਤੇ ਆਪਣੇ ਆਪ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਸਰੀਰ ਢੱਕਿਆ ਗਿਆ ਜਦੋਂ। ਭੈ ਬਿਨ ਹੋਤ ਭਇਓ ਕੁਛ ਤੇ ਤਬੇ। ਇੱਕਦਮ ਹੀ ਵੇਖੋ ਕੱਪੜਾ ਛੁੱਟਿਆ ਮਹਾਰਾਜ ਦੇ ਚਿਹਰੇ ਤੇ ਜਦੋਂ ਪੈ ਗਿਆ, ਤੇ ਪੈਂਦਿਆਂ ਸਾਰ ਕੁਝ ਇੱਕਦਮ ਹੀ ਔਰੰਗਜ਼ੇਬ ਦੇ ਅੰਦਰੋਂ ਡਰ ਦੂਰ ਹੋ ਗਿਆ, ਸਰੀਰ ਵਿੱਚ ਜਾਨ ਪੈ ਗਈ। ਸੁਧ ਪ੍ਰਾਪਤ ਤੋਰਨ ਤਬ ਚਾਲਾ। ਥੋੜੀ ਜਿਹੀ ਇਹਨੂੰ ਸਰੀਰ ਦੀ ਸੁੱਧ ਆਈ ਤਾਂ ਫੇਰ ਅੱਗਾ ਪਿੱਛਾ ਨਹੀਂ ਵੇਖਿਆ, ਝੱਟ ਹੀ ਆਪਣੇ ਰਸਤੇ ਪੈ ਗਿਆ ਮੁੜ ਕੇ। ਨਿਕਸਿਓ ਵੈਦ ਜਹਾਂ ਨਰ ਜਾਲਾ। ਜਿੱਥੇ ਬਹੁਤੇ ਲੋਕ ਖਲੋਤੇ ਸਨ, ਉਧਰ ਨੂੰ ਔਰੰਗਜ਼ੇਬ ਬਾਹਰ ਨਿਕਲ ਆਇਆ ਤੰਬੂ ਵਿੱਚੋਂ। ਜੈ ਸਿੰਘ ਮਿਲਿਓ ਅਗਾਊ ਹੋਏ। ਰਾਜਾ ਜੈ ਸਿੰਘ ਅੱਗੋਂ ਹੋ ਕੇ ਔਰੰਗਜ਼ੇਬ ਨੂੰ ਮਿਲਿਆ। ਦੇਖਤ ਮੁਖ ਕੋ ਬਿਸਮਿਆ ਆ ਸੋਏ। ਵੇਖ ਕੇ ਔਰੰਗਜ਼ੇਬ ਦਾ ਚਿਹਰਾ ਵੀ ਇਹਦੇ ਖੁਸ਼ ਹੋਣਾ ਚਾਹੀਦਾ ਸੀ, ਪਰ ਇਹ ਤਾਂ ਬਿਲਕੁਲ ਹੀ ਉਤਰਿਆ ਹੈ, ਐਵੇਂ ਪੀਲਾ ਜਿਹਾ ਪੈ ਗਿਆ, ਮੁਰਝਾਇਆ ਜਿਹਾ ਇਹ ਵੇਖ ਕੇ ਜੈ ਸਿੰਘ ਬੜਾ ਹੈਰਾਨ ਹੋਇਆ ਵੀ ਕੀ ਖੇਡ ਵਰਤੀ ਏ। ਅਦਕ ਅਧੀਰਜ ਦ੍ਰਿਗ ਜਲ ਚਾਲਾ। ਬਹੁਤ ਅਧੀਰਜ ਦੇ ਸਹਿਤ ਨੇਤਰਾਂ ਦੇ ਵਿੱਚੋਂ ਪਾਣੀ ਜਾ ਰਿਹਾ ਏ। ਬੋਲਿਓ ਜਾਏ ਨਹੀਂ ਤਿਸ ਕਾਲਾ। ਤੇ ਔਰੰਗਜ਼ੇਬ ਬਾਦਸ਼ਾਹ ਕੋਲ ਕੁਝ ਬੋਲਿਆ ਨਹੀਂ ਗਿਆ, ਅੱਖਾਂ 'ਚੋਂ ਪਾਣੀ ਆ ਰਿਹਾ ਤੇ ਵੇਖਣ ਵਾਲੇ ਵੇਖ ਕੇ ਸੋਚ ਰਹੇ ਵੀ ਸਤਿਗੁਰਾਂ ਦੇ ਵਿਰਾਗ ਕਰਕੇ ਰੋ ਰਿਹਾ, ਪਰ ਇਹ ਡਰਦਾ ਹੀ ਰੋਈ ਜਾ ਰਿਹਾ ਹੈ ਤੇ ਮੁਖੋਂ ਕੁਝ ਬੋਲ ਨਾ ਸਕਿਆ। ਵੇਖਿਓ ਕਹਾਂ ਨਹਿ ਜਾਏ ਬਤਾਇਓ। ਕੀ ਇਹ ਵੇਖ ਆਇਆ ਇੰਨਾ ਭਿਆਨਕ, ਇਹਦੇ ਕੋ ਬੋਲ ਕੇ ਕਿਸੇ ਨੂੰ ਦੱਸਿਆ ਹੀ ਨਹੀਂ ਗਿਆ ਔਰੰਗਜ਼ੇਬ ਕੋਲ। ਡਰਤ ਹਿਰਦਾ ਬਹਿਬਲ ਦ੍ਰਿਸ਼ਟਾਇਓ। ਬਸ ਹਿਰਦਾ ਡਰ ਰਿਹਾ ਹੈ, ਬੇਬਲ ਹੋ ਰਿਹਾ ਹੈ, ਜੋ ਕੁਝ ਵੀ ਭਿਆਨਕ ਰੂਪ ਵੇਖਿਆ ਗੁਰੂ ਸਾਹਿਬ ਨੇ ਕਰਾਮਾਤ ਨਾ ਵਿਖਾਇਆ। ਹੁਣ ਉਮਰਾਵ ਅਬਰ ਚਲ ਆਏ। ਇਹਨੇ ਨੂੰ ਹੋਰ ਉਮਰਾਵ ਐਲਕਾਰ ਵੀ ਚੱਲ ਕੇ ਔਰੰਗਜ਼ੇਬ ਦੇ ਕੋਲ ਪਹੁੰਚ ਗਏ। ਇਨ ਕੰਦੇ ਪਰ ਹੱਥ ਟਿਕਾਏ। ਉਹਨਾਂ ਦੇ ਮੋਢੇ ਤੇ ਔਰੰਗਜ਼ੇਬ ਨੇ ਹੱਥ ਰੱਖ ਲਿਆ। ਕਰੀ ਕਾਰਨ ਸੁਖ ਅਸਵਾਰੀ। ਕਿਹਾ ਵੀ ਲਿਆਓ ਮੇਰੀ ਸੁਖ ਦੀ ਅਸਵਾਰੀ ਲਿਆਓ, ਛੇਤੀ ਮੈਂ ਸਵਾਰ ਹੋਣਾ ਏ। ਗਮਨਿ ਦੁਰਗ ਦਿਸ਼ਾ ਡਰ ਧਾਰੀ। ਇਹ ਬਹੁਤਾ ਡਰਦਾ ਔਰੰਗਜ਼ੇਬ ਆਪਣੇ ਕਿਲੇ ਵੱਲ ਨੂੰ ਹੀ ਚਲਾ ਗਿਆ ਸ਼ਹਿਰ ਵਿੱਚ। ਨਹਿ ਕਿਸਹੁ ਸੋ ਕਸੁ ਜਨਾਏ। ਕਿਸੇ ਦੇ ਤਾਈਂ ਕੋਈ ਗੱਲ ਜਣਾਈ ਨਹੀਂ ਵੀ ਮੈਂ ਦਰਸ਼ਨ ਕਰਨ ਗਿਆ ਸੀ ਤੇ ਮੇਰੇ ਨਾਲ ਕੀ ਵਾਪਰੀ, ਇਹ ਗੱਲ ਨਹੀਂ ਕਿਸੇ ਨੂੰ ਦੱਸੀ। ਆਵਤ ਲਾਜ ਨ ਜਾਏ ਬਤਾਈ। ਦੱਸੇ ਵੀ ਕਿਵੇਂ ਸ਼ਰਮ ਆਉਂਦੀ ਆ ਹੁਣ ਵੀ ਮੈਂ ਡਰ ਕੇ ਆ ਗਿਆ ਅੰਦਰੋਂ ਮਹਾਰਾਜ ਦੇ। ਜਿਮ ਸੰਗਰ ਮੈਂ ਖੜਗ ਚਲੰਤੇ। ਇਹ ਕਹਿੰਦੇ ਜੰਗ ਦੇ ਵਿੱਚ ਦੋਵੇਂ ਪਾਸੇ ਕਿਰਪਾਨਾਂ ਚੱਲ ਰਹੀਆਂ ਹੋਣ। ਸਰੋਨਤ ਲਿਖਸਤ ਅੰਗ ਕਟੰਤੇ। ਲਹੂ ਨਿਕਲ ਰਿਹਾ ਹੋਵੇ, ਸੂਰਮਿਆਂ ਦੇ ਅੰਗ ਕੱਟੇ ਜਾ ਰਹੇ ਹੋਣ। ਕਾਤਰ ਤਰਾਸ ਪਾਏ ਕਰ ਭਾਜੇ। ਜਿਹੜੇ ਕਾਇਰ ਹੁੰਦੇ ਆ ਨਾ, ਉਹ ਡਰ ਕੇ ਜੰਗ ਵਿੱਚੋਂ ਭੱਜ ਜਾਂਦੇ ਹਨ। ਨਹਿ ਨਿਜ ਦਸਾ ਕਹਿਤ ਜਿਮ ਲਾਜੇ। ਪਰ ਉਹ ਘਰੇ ਜਾ ਕੇ ਆਪਣੀ ਦਸ਼ਾ ਨਹੀਂ ਕਹਿੰਦੇ, ਸ਼ਰਮ ਦੇ ਮਾਰੇ ਵੀ ਅਸੀਂ ਭੱਜ ਕੇ ਆਏ ਆ ਜੰਗ ਵਿੱਚੋਂ। ਜਿਸ ਪ੍ਰਕਾਰ ਕਹਿ ਦੀਵਾਰ। ਜਿਵੇਂ ਇੱਕ ਮੁਸਲਮਾਨਾਂ ਦਾ ਮਤ ਹੈ ਵੀ ਇੱਕ ਨਾ ਜਿਸ ਪ੍ਰਕਾਰ ਕਹਿ ਦੀਵਾਰ, ਇੱਕ ਕਹਿ ਨਾਮ ਦੀ ਦੀਵਾਰ ਹੈ ਮੁਸਲਮਾਨਾਂ ਨੇ ਮੰਨੀ ਹੈ। ਇੱਕ ਕਾਫ ਨਾਮ ਦਾ ਪਹਾੜ ਹੈ ਸਾਧ ਸੰਗਤ ਜੀ, ਤੇ ਉਸ ਪਹਾੜ ਤੋਂ ਪਰੇ ਕਹਿੰਦੇ ਇੱਕ ਕਹਿ ਨਾਮ ਦੀ ਕੰਧ ਹੈ। ਦੇਖੇ ਜੋ ਕਰੀ ਨ ਜਾਏ ਉਚਾਰ। ਤੇ ਕਹਿੰਦੇ ਵੀ ਜਿਹੜਾ ਵੀ ਉਹ ਕਾਫ ਨਾਮ ਦੇ ਪਹਾੜ ਤੋਂ ਪਰੇ ਕਹਿ ਨਾਮ ਦੀ ਕੰਧ ਵੇਖ ਲਵੇ, ਉਹਦੇ ਕੋਲੋਂ ਜ਼ੁਬਾਨ ਨਾਲ ਕੁਝ ਬੋਲਿਆ ਹੀ ਨਹੀਂ ਜਾਂਦਾ, ਉਚਾਰਨ ਨਹੀਂ ਹੁੰਦਾ ਲਫ਼ਜ਼। ਤਿਮ ਤੋਸਨ ਹੋਏ ਬਹੁ ਪਛਤਾਵਾ। ਤੇ ਉਹ ਇਸ ਤਰ੍ਹਾਂ ਮੰਨਦੇ ਆ ਵੀ ਜਿਹੜਾ ਨੂੰ ਵੇਖ ਲੈਂਦਾ ਉਹ ਹੱਸੀ ਹੋਈ ਜਾਂਦਾ ਹੈ, ਤੇ ਜੇ ਕੋਈ ਕੁਝ ਪੁੱਛੇ ਵੀ ਕੀ ਵੇਖਿਆ ਤਾਂ ਬੋਲ ਕੇ ਉਹਦੇ ਕੋਲ ਦੱਸਿਆ ਹੀ ਨਹੀਂ ਜਾਂਦਾ। ਇਸ ਤਰ੍ਹਾਂ ਦਾ ਉਹਨਾਂ ਦਾ ਨਿਸ਼ਚਾ ਹੈ। ਤੇ ਇਸੇ ਤਰ੍ਹਾਂ ਕਵੀ ਜੀ ਕਹਿੰਦੇ ਦਿਖੇ ਜੋ ਕਰੀ ਨਾ ਜਾਏ ਉਚਾਰ, ਤਿਮ ਤੂਸ਼ਨ ਹੋਏ ਬਹੁ ਪਛਤਾਵਾ। ਐਵੇਂ ਔਰੰਗਜ਼ੇਬ ਨੇ ਜੋ ਵੇਖਿਆ ਹੈ ਉਹਦੇ ਨਾਲ ਡਰੀ ਜਾ ਰਿਹਾ ਹੈ
ਕੀ ਵੇਖਿਆ ਹੁਣ ਬੋਲ ਕੇ ਕਿਸੇ ਨੂੰ ਦੱਸ ਨਹੀਂ ਸਕਦਾ ਤੇ ਪਛਤਾਉਂਦਾ ਜ਼ਰੂਰ ਹੈ। ਮੈਂ ਤੇ ਅਤ ਸੰਕਟ ਕੋ ਪਾਵਾ। ਮਹਾਰਾਜ ਦੇ ਇਸ ਕੌਤਕ ਨੂੰ ਵੇਖ ਕੇ ਡਰ ਕੇ ਬਹੁਤਾ ਇਹਨੇ ਸੰਕਟ ਪਾਇਆ ਵੀ ਮੈਂ ਕਿਹਦੇ ਨਾਲ ਪਰਖ ਕਰਨ ਚੱਲਿਆ ਸਾਂ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕਹਿਣਾ ਸੀ ਵੀ ਪ੍ਰਾਣ ਤੋੜ ਲਵਾਂਗਾ, ਇਹ ਸੋਚ ਸੋਚ ਕੇ ਹੁਣ ਕੰਬਦਾ ਏ। ਨਹਿ ਕਿਸੇ ਆਗੇ ਕਬਹੁ ਉਚਾਰੀ। ਇਹ ਕਿਸੇ ਅੱਗੇ ਵੀ ਔਰੰਗਜ਼ੇਬ ਨੇ ਇਹ ਗੱਲ ਉਚਾਰ ਕੇ ਕਹੀ ਨਹੀਂ ਆਪਣੇ ਡਰ ਵਾਲੀ। ਕਹੇ ਕਹਾ ਨਹਿ ਬੁੱਧ ਮਝਾਰੀ। ਕਹਿੰਦੇ ਕਹਿਣਾ ਵੀ ਇਹਨੇ ਕੀ ਹੈ, ਇਹਦੀ ਬੁੱਧ ਵਿੱਚ ਉਹ ਗੱਲ ਸਾਹਮਣੇ ਆਈ ਨਹੀਂ ਵੀ ਮੈਂ ਵੇਖਿਆ ਕਿ ਇਹਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ। ਇਸ ਪੀਛੇ ਜੈ ਸਿੰਘ ਤੇ ਆਦ। ਬਾਦਸ਼ਾਹ ਚਲਾ ਗਿਆ ਤਾਂ ਪਿੱਛੋਂ ਜੈ ਸਿੰਘ ਆਦਿਕ ਰਾਜੇ ਇਕੱਠੇ ਹੋ ਗਏ। ਕਰਨ ਲਗੇ ਸਭ ਜਿਮ ਮਿਰ ਮਿਰਜਾਦ। ਜੋ ਵੀ ਮਰਿਆਦਾ ਸੀ ਮਹਾਰਾਜ ਦੇ ਸੰਸਕਾਰ ਦੀ ਤਿਆਰੀ ਕਰ ਲਈ। ਰੋਦਤ ਮਾਤਾ ਸਗਲ ਬਤਾਵੇ। ਮਾਤਾ ਕ੍ਰਿਸ਼ਨ ਕੌਰ ਜੀ ਵਿਰਾਗ ਵੀ ਕਰੀ ਜਾ ਰਹੇ ਨੇ ਤੇ ਨਾਲੇ ਦੱਸੀ ਜਾਂਦੇ ਨੇ ਵੀ ਏਦਾਂ ਕੰਮ ਕਰੋ, ਆਹ ਕਰੋ। ਦੌਰਤ ਦਾਸ ਸਗਲ ਸੋ ਲਿਆਵੇ। ਤੇ ਸੇਵਕ ਦੌੜ ਦੌੜ ਕੇ ਉਹ ਵਸਤੂ ਲਿਆਉਂਦੇ ਨੇ ਜੋ ਮਾਤਾ ਜੀ ਹੁਕਮ ਕਰਦੇ ਹਨ। ਮਿਲ ਸਭ ਨੂੰ ਕਰਵਾਏ ਇਸ਼ਨਾਨ। ਇਸ ਤਰ੍ਹਾਂ ਸਾਰਿਆਂ ਰਲ ਮਿਲ ਕੇ ਸੇਵਕਾਂ ਮਹਾਰਾਜ ਦੇ ਸਰੀਰ ਦਾ ਇਸ਼ਨਾਨ ਕਰਾਇਆ। ਸੀਚ ਸੁਗੰਧੇ ਬ੍ਰਿੰਦ ਮਹਾਨ। ਬਹੁਤ ਸੁਗੰਧੀਆਂ ਆਦਿਕ ਅਤਰ ਚੰਦਨ ਆਦਿਕ ਦਾ ਛੜਕਾਓ ਕੀਤਾ ਸਤਿਗੁਰਾਂ ਦੇ ਸਰੂਪ ਤੇ। ਵਸਤਰ ਨਿਵੀਨ ਰੁਚਰ ਪਹਿਰਾਏ। ਸੋਹਣਾ ਵਸਤਰ ਸੋਹਣਾ ਚੋਲਾ ਮਹਾਰਾਜ ਜੀ ਨੂੰ ਪਹਿਨਾਇਆ, ਕਮਰ ਕੱਸਾ ਲਾਇਆ, ਉਸੇ ਤਰ੍ਹਾਂ ਦਸਤਾਰ ਬੰਨੀ। ਕਹਿ ਕਰ ਪਲੋ ਬੇਵਾਨ ਬਣਾਏ। ਉਹਦਾ ਸੋਹਣਾ ਬਿਵਾਨ ਸਤਿਗੁਰਾਂ ਦੀ ਸਵਾਰੀ ਵਾਸਤੇ ਬਣਵਾਇਆ ਗਿਆ। ਇਸ ਪਰ ਸਤਿਗੁਰ ਕੋ ਪੋਟਾ। ਬਿਵਾਨ ਦੇ ਉੱਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੂਪ ਨੂੰ ਬਿਰਾਜਮਾਨ ਕੀਤਾ। ਚਾਹਦੇ ਸਫੂਲ ਮਾਲ ਲਰਕਾਇਓ। ਤੇ ਚਾਰ ਸਫੇਰੇ ਫੁੱਲਾਂ ਦੀਆਂ ਮਾਲਾਂ ਦੀਆਂ ਲੜੀਆਂ ਮਹਾਰਾਜ ਦੇ ਬਿਵਾਨ ਤੇ ਲਟਕਾ ਦਿੱਤੀਆਂ। ਧੂਪਤ ਖਾਵਤ ਅਨਕ ਪ੍ਰਕਾਰੇ। ਅਨੇਕਾਂ ਤਰ੍ਹਾਂ ਸੁਗੰਧੀ ਵਾਲੇ ਧੂਪ ਤਖਾਉਣਾ ਕੀਤੇ। ਅੰਧ ਉਠਾਏ ਮਸੰਦ ਸਿਧਾਰੇ। ਇਹ ਮਹਾਰਾਜ ਦਾ ਸਰੂਪ ਮੋਢਿਆਂ ਦੇ ਉੱਤੇ ਚੁੱਕ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਗੁਰਬਾਣੀ ਦਾ ਕੀਰਤਨ ਕਰਦਿਆਂ ਸਿੱਖ ਮਸੰਦ ਚੱਲ ਪਏ। ਸ਼ਬਦ ਰਬਾਬੀ ਗਾਵਤ ਜਾਤ। ਰਬਾਬੀ ਅੱਗੇ ਅੱਗੇ ਗੁਰਬਾਣੀ ਦੇ ਸ਼ਬਦ ਗਾਉਂਦੇ ਜਾ ਰਹੇ ਨੇ, ਵੈਰਾਗਮਈ ਕੀਰਤਨ ਕਰ ਰਹੇ ਨੇ। ਸਿਮਰਤ ਸਤਨਾਮ ਸੁਖ ਦਾਤ। ਪਿਛੇ ਸਮੂਹ ਸੰਗਤਾਂ ਸਤਨਾਮ ਵਾਹਿਗੁਰੂ ਜੋ ਸੁੱਖਾਂ ਦੇ ਦੇਣ ਵਾਲਾ ਉਸ ਦਾ ਜਾਪ ਕਰ ਰਹੀਆਂ ਹਨ। ਕ੍ਰਿਸ਼ਨ ਕੌਰ ਜਨਨੀ ਮਨ ਗਿਆਨ। ਮਾਤਾ ਕ੍ਰਿਸ਼ਨ ਕੌਰ ਜੀ ਜਿਨ੍ਹਾਂ ਦੇ ਮਨ ਵਿੱਚ ਬ੍ਰਹਮ ਗਿਆਨ ਮਹਾਰਾਜ ਨੇ ਬਖਸ਼ਿਆ ਏ। ਤੋ ਸੋਖ ਉਪਜੰਤ ਮਹਾਨ। ਪਰ ਫਿਰ ਵੀ ਪੁੱਤਰ ਦੇ ਬਾਝੋਂ ਬੜਾ ਵੈਰਾਗ ਸ਼ੋਕ ਮਾਤਾ ਜੀ ਨੂੰ ਹੋ ਰਿਹਾ ਏ। ਗੁਰ ਸਬੂਤ ਕੇ ਸਿਮਰ ਵਿਸਾਲੇ। ਆਪਣੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਦੇ ਬਹੁਤ ਗੁਣਾਂ ਨੂੰ ਚੇਤੇ ਕਰ ਕਰਕੇ ਵੈਰਾਗ ਕਰਦੇ ਨੇ। ਆਤ ਸਨੇਹ ਤੇ ਦ੍ਰਿਗ ਜਲ ਚਾਲੇ। ਬਹੁਤੇ ਸਨੇਹ ਕਰਕੇ ਨੇਤਰਾਂ ਜੋ ਪਾਣੀ ਵਹਿ ਰਿਹਾ ਏ। ਦਾਸੀ ਦਾਸ ਪ੍ਰਕਾਸ਼ੇ ਸ਼ੋਕ। ਇਸ ਤਰ੍ਹਾਂ ਦਾਸ ਦਾਸੀਆਂ ਵੀ ਬਹੁਤ ਸ਼ੋਕ ਮਨਾ ਰਹੇ ਹਨ। ਰੁਦਤ ਬਿਲੋਕਤ ਸੰਕਟ ਲੋਕ। ਸੰਗਤ ਵੀ ਮਹਾਰਾਜ ਸਾਹਿਬ ਦੇ ਵਿਛੋੜੇ ਕਰਕੇ ਵੈਰਾਗ ਵਿੱਚ ਰੋ ਰਹੀ ਹੈ। ਜਿਸ ਥਲ ਤੇ ਤਲੋਖਰੀ ਨਾਮ। ਕਹਿੰਦੇ ਜਿਸ ਥਾਂ ਤੇ ਤਲੋਖਰੀ ਪਿੰਡ ਦਾ ਨਾਮ ਹੈ, ਨਗਰ ਦਾ ਨਾਮ ਹੈ। ਨਿਕਟ ਵਹਿ ਜਮਨਾ ਅਬਰਾਮ। ਜਿਹਦੇ ਨੇੜੇ ਬੜੀ ਸੋਹਣੀ ਜਮਨਾ ਵਹਿ ਰਹੀ, ਜਮਨਾ ਦਾ ਪ੍ਰਵਾਹ ਵਗਦਾ ਏ। ਤਹ ਚੰਦਨ ਕੇ ਭਾਰ ਗਰਾਏ। ਉਥੋਂ ਥੋੜੀ ਦੂਰੀ ਤੇ ਚੰਦਨ ਦੀਆਂ ਪੰਡਾਂ ਭਰ ਭਰ ਕੇ ਲੱਕੜਾਂ ਦੀਆਂ ਗਰਾਈਆਂ ਸਨ, ਸੁੱਟੀਆਂ ਸਨ ਬਾਲਣ। ਤੇਲ ਘਰਿਤ ਆਦ ਲਿਆਏ ਸਮਦਾਏ। ਤੇਲ ਘਿਓ ਆਦਿਕ ਸਮੂਹ ਸਮਗਰੀ ਸੇਵਕ ਲੈ ਆਏ। ਸੋਗ ਵਿਸਾਲ ਸਮੇਤ ਬਿਬਾਨ। ਸੋਗ ਵੈਰਾਗ ਦੇ ਸਮੇਤ ਜੋ ਸਤਿਗੁਰਾਂ ਦਾ ਬਿਬਾਨ ਸੀ। ਕਰਿਓ ਉਤਾਰਨ ਸੋ ਤਿਸ ਸਥਾਨ। ਉਹ ਜਿੱਥੇ ਮਹਾਰਾਜ ਦਾ ਅੰਗੀਠਾ ਹੁਣ ਤਿਆਰ ਕੀਤਾ ਹੈ ਉੱਥੇ ਬਿਬਾਨ ਥੱਲੇ ਰੱਖਿਆ ਸੇਵਕਾਂ ਨੇ। ਆਦਮ ਸੰਤ ਸਿਖਾ ਰਚ ਕਰਕੇ। ਸਿਖਾ ਰਚ ਕੇ ਗੁਰੂ ਸਾਹਿਬ ਜੀ ਦਾ ਸੰਸਕਾਰ ਕਰਨ ਲਈ ਅੰਗੀਠਾ ਤਿਆਰ ਕਰਕੇ ਸਭ ਸਿੱਖ ਸੇਵਕਾਂ ਨੇ ਸੰਦਲ ਬ੍ਰਿੰਦ ਭਲੀ ਬਿਦ ਧਰ ਕੇ। ਚੰਦਨ ਦੀਆਂ
ਦੀਆਂ ਲੱਕੜਾਂ ਭਲੇ ਢੰਗ ਦੇ ਨਾਲ ਇੱਕ ਦੂਜੇ ਦੇ ਉੱਤੇ ਰੱਖ ਕਰਕੇ ਉਹਦੇ ਉੱਪਰ ਸਤਿਗੁਰੂ ਪੌੜਾਏ ਉਹਦੇ ਉੱਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਬਿਰਾਜਮਾਨ ਕੀਤਾ। ਜੋ ਤਿਲ ਘ੍ਰਿਤ ਪਾਏ ਸਮਝਾਏ ਜਿਉਂ ਤੇਲ ਘਿਓ ਆਦਿਕ ਜਿਹਦੇ ਨਾਲ ਖੁਸ਼ਬੂ ਵੀ ਆਵੇ ਤੇ ਅੱਗ ਵੀ ਬਹੁਤ ਮੱਚਦੀ ਹੈ, ਉਹ ਸਭ ਸਮਗਰੀ ਪਾਈ ਗਈ। ਲਾਂਬੋ ਤਬ ਲਾਏ ਲਗਾਏ ਤਤਕਾਲਾ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਸਤਿਗੁਰਾਂ ਦੇ ਪਾਵਨ ਅੰਗੀਠੇ ਨੂੰ ਸੁਪੁਰਦੇ ਅਗਨ ਕੀਤਾ ਗਿਆ, ਲਾਂਬੂ ਲਾਇਆ ਏ। ਪੁਨਰ ਬਕੀਨ ਸਕ੍ਰਿਆ ਕਿਰਪਾਲਾ ਤੇ ਇਸ ਤਰ੍ਹਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਦਾ ਸਾਧ ਸੰਗਤ ਜੀ ਸੰਸਕਾਰ ਕੀਤਾ। ਪੁਨਰ ਬਕੀਨ ਸਕ੍ਰਿਆ ਕਿਰਪਾਲਾ ਮਸਤਕ ਟੇਕ ਸਗਲ ਤੇ ਸਥਾਨਾ ਗਮਨੇ ਜਮਨਾ ਕਰਨ ਇਸ਼ਨਾਨ। ਇਵੇਂ ਮਹਾਰਾਜ ਦੇ ਗੁਰਮਤਿ ਅਨੁਸਾਰ ਸਰੀਰ ਦੇ ਸੰਸਕਾਰ ਦੀ ਸਾਰੀ ਮਰਿਆਦਾ ਕੀਤੀ। ਕੀਰਤਨ ਸੋਹਲੇ ਦਾ ਪਾਠ ਕੀਤਾ, ਮੱਥਾ ਟੇਕ ਕੇ ਤੇ ਜਮਨਾ ਦੇ ਸਭ ਸੰਗਤਾਂ ਇਸ਼ਨਾਨ ਕੀਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਇਵੇਂ ਸੱਚਖੰਡ ਨੂੰ ਗਏ। ਔਰੰਗਜ਼ੇਬ ਨੂੰ ਅਖੀਰ ਤੀਕਰ ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ ਤੇ ਸਤਿਗੁਰਾਂ ਦੇ ਸਰੂਪ ਦਾ ਸੰਸਕਾਰ ਹੋਇਆ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਣੀ ਗੁਰੂ ਸਾਹਿਬ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਲੰਬੋ ਤਬ ਲਗਾਏ ਤਤਕਾਲਾ ਪੁਨਰਪ ਕੀਨਸ ਕਿਰਿਆ ਕਪਾਲਾ ਮਸਤਕ ਟੇਕ ਸਗਲ ਤੇ ਸਥਾਨ ਗਮਨੇ ਜਮਨਾ ਕਰਨ ਸਨਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਪੜੋ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ